ਹਰ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਾਰ ਜੋਰੀ। ਨਮੋ ਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ। ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਸਤਿਗੁਰ ਕਰ ਕਰ ਮੁਖ ਤੇਰੇ ਦਰੀਚੀ ਬੀਚ। ਸਾਇ ਖਰ ਕੀ ਬਰਖਾ ਕਰੀ। ਅਰ ਸੈਂਕਰ ਕਰ ਨੀਚ। ਸ੍ਰੀ ਸਤਿਗੁਰ ਕਰ ਕਰ ਮੁਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਚਰਨ ਕਮਲਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦਾ ਉਪਦੇਸ਼ ਸਭ ਸੰਸਾਰ ਲਈ ਸਭ ਸ੍ਰਿਸ਼ਟੀ ਲਈ ਸਾਂਝਾ ਹੈ। ਗਰੀਬ ਨਵਾਜ ਸਾਹਿਬ ਜੀ ਕੀ ਅੰਮ੍ਰਿਤ ਬਾਣੀ ਦੇ ਪਵਿੱਤਰ ਬਚਨ ਹਨ। ਖੱਤਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮ ਤਰਾਨਥ। ਗੁਰ ਨਾਨਕ ਉਪਦੇਸ਼ ਕਹਿਤ ਹੈ, ਜੋ ਸੁਣੈ ਸੋ ਪਾਰ ਪ੍ਰਾਨਥ। ਜਿਹੜਾ ਵੀ ਜੀਵ ਗੁਰੂ ਕਾ ਬਚਨ ਸੁਣੇ ਮੰਨੇ ਕਮਾਵੇ, ਮਹਾਰਾਜ ਕਹਿੰਦੇ ਵੀ ਗੁਰੂ ਕਾ ਬਚਨ ਉਸ ਨੂੰ ਪਾਰ ਕਰ ਦਿੰਦਾ ਹੈ। ਜੋ ਸੁਣੈ ਸੋ ਪਾਰ ਪ੍ਰਾਨਥ। ਸਤਿਗੁਰੂ ਜੀ ਨੇ ਸਭ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਨਾਮ ਬਾਣੀ ਦੀ ਦਾਤ ਬਖਸ਼ੀ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਐਸਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਹੈ, ਸਿਧਾਂਤ ਹੈ। ਅੱਜ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਤੇ ਧੰਨ ਧੰਨ ਮਾਤਾ
ਅਜੀਤ ਕੌਰ ਜੀ ਤਿੰਨਾਂ ਦੇ ਲਾਡਲੇ ਚੌਹਾਂ ਸਾਹਿਬਜ਼ਾਦਿਆਂ ਦੇ ਵਿੱਚੋਂ ਸਭ ਤੋਂ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਆਗਮਨ ਦਿਹਾੜਾ ਹੈ। ਸ੍ਰੀਮਾਨ ਭਾਈ ਕਾਹਨ ਸਿੰਘ ਨਾਭਾ ਨੇ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਜਨਮ 1755 ਬਿਕਰਮੀ ਸੰਮਤ ਦਾ ਲਿਖਿਆ ਹੈ ਸਾਧ ਸੰਗਤ ਜੀ, ਕਿ 1755 ਬਿਕਰਮੀ ਸੰਮਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਸਾਹਿਬ ਜੀ ਪ੍ਰਗਟ ਹੋਏ। ਸਰਬੱਤ ਗੁਰੂ ਕੀਆਂ ਸੰਗਤਾਂ ਨੂੰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਕਲਗੀਧਰ ਪਾਤਸ਼ਾਹ ਜੀ ਦੇ 4 ਸਾਹਿਬਜ਼ਾਦੇ ਹਨ, ਆਪਾਂ ਸਾਰੇ ਭਲੀ ਪ੍ਰਕਾਰ ਜਾਣਦੇ ਹਾਂ। ਔਰ ਕਲਗੀਧਰ ਪਾਤਸ਼ਾਹ ਜੀ ਦੇ 3 ਆਨੰਦ ਕਾਰਜ ਹੋਏ ਸਾਧ ਸੰਗਤ ਜੀ। ਪਹਿਲਾ ਆਨੰਦ ਕਾਰਜ ਦਸ਼ਮੇਸ਼ ਪਾਤਸ਼ਾਹ ਜੀ ਦਾ ਮਾਤਾ ਅਜੀਤ ਕੌਰ ਜੀ ਦੇ ਨਾਲ ਹੋਇਆ। ਮਾਤਾ ਜੀ ਦਾ ਅੰਮ੍ਰਿਤ ਛਕਣ ਤੋਂ ਪਹਿਲਾ ਨਾਮ ਸੀ ਮਾਤਾ ਜੀਤੋ ਜੀ। ਗੁਰੂ ਕੇ ਲਾਹੌਰ ਵਾਲੇ ਅਸਥਾਨ ਤੇ ਮਹਾਰਾਜ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ ਮਾਤਾ ਜੀਤੋ ਜੀ ਦੇ ਨਾਲ। ਔਰ ਮਾਤਾ ਜੀ ਦਾ ਪੇਕਾ ਪਿੰਡ ਲਾਹੌਰ ਹੈ। ਤਾਂ ਬੇਨਤੀ ਕੀਤੀ ਸੀ ਪਰਿਵਾਰ ਨੇ ਕਿ ਮਹਾਰਾਜ ਆਪ ਜੀ ਬਰਾਤ ਲੈ ਕੇ ਲਾਹੌਰ ਆਓ, ਤੇ ਕਲਗੀਧਰ ਪਾਤਸ਼ਾਹੀ ਨੇ ਆਖਿਆ ਸੀ ਅਸੀਂ ਉਸ ਲਾਹੌਰ ਵਿੱਚ ਨਹੀਂ ਆ ਸਕਦੇ, ਤੁਸੀਂ ਸਾਰੀ ਸੰਗਤ ਇੱਥੇ ਆ ਜਾਓ, ਤੁਹਾਡੇ ਆਉਣ ਤੋਂ ਪਹਿਲਾਂ ਨਵਾਂ ਲਾਹੌਰ ਵਸਾ ਦੇਵਾਂਗੇ। ਤਾਂ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਲਾਹੌਰ ਵਸਾਇਆ। ਜਦੋਂ ਆਪਾਂ ਆਨੰਦਪੁਰ ਸਾਹਿਬ ਜਾਂਦੇ ਹਾਂ ਤੇ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ ਗੁਰੂ ਕੇ ਲਾਹੌਰ, ਤੇ ਆਪਣੇ ਮਾਮਾ ਕਿਰਪਾਲ ਚੰਦ ਜੀ ਤੇ ਆਪਣੇ ਭੂਆ ਜੀ ਦੇ ਪੁੱਤਰ ਬੀਬੀ ਵੀਰੋ ਜੀ, ਮਹਾਰਾਜ ਦੇ ਭੂਆ ਜੀ ਸਨ ਨਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰੀ, ਉਹਨਾਂ ਦੇ 5 ਸਪੁੱਤਰ ਸਨ ਮਹਾਰਾਜ ਦੇ ਭੂਆ ਜੀ ਦੇ ਪੁੱਤਰ ਭਰਾ। ਉਹਨਾਂ ਦੀ ਤੇ ਮਾਮਾ ਕਿਰਪਾਲ ਚੰਦ ਜੀ ਦੀ ਸੇਵਾ ਲਾਈ ਸੀ ਗੁਰੂ ਕਾ ਲਾਹੌਰ ਵਸਾਉਣ ਦੇ ਵਿੱਚ। ਬਾਕੀ ਸੰਗਤਾਂ ਨੂੰ ਵੀ ਆਗਿਆ ਕੀਤੀ ਸੀ। ਉੱਥੇ ਤਰ੍ਹਾਂ ਤਰ੍ਹਾਂ ਦੇ ਬਾਜ਼ਾਰ ਬਣਾਏ ਗਏ ਸੀ, ਤੇ ਉੱਥੇ ਮਹਾਰਾਜ ਦਾ ਪਹਿਲਾ ਆਨੰਦ ਕਾਰਜ ਮਾਤਾ ਜੀਤੋ ਜੀ ਦੇ ਨਾਲ ਹੋਇਆ ਸੀ। ਜਦੋਂ ਆਨੰਦ ਕਾਰਜ ਹੋਇਆ ਉਦੋਂ ਮਾਤਾ ਜੀ ਦਾ ਨਾਮ ਮਾਤਾ ਜੀਤੋ ਜੀ ਹੀ ਸੀ। ਅੰਮ੍ਰਿਤ ਛਕਣ ਤੋਂ ਬਾਅਦ ਨਾਮ ਅਜੀਤ ਕੌਰ ਹੋਇਆ। ਦੂਸਰਾ ਆਨੰਦ ਕਾਰਜ ਮਾਤਾ ਸੁੰਦਰ ਕੌਰ ਜੀ ਦੇ ਨਾਲ ਹੋਇਆ। ਮਾਤਾ ਜੀ ਦਾ ਪਹਿਲਾ ਨਾਮ ਮਾਤਾ ਸੁੰਦਰੀ ਜੀ ਹੈ, ਇਤਿਹਾਸ ਵਿੱਚ ਜ਼ਿਆਦਾ ਇਹੀ ਨਾਮ ਆਉਂਦਾ ਹੈ। ਔਰ ਮਾਤਾ ਸੁੰਦਰੀ ਜੀ ਦਾ ਪੇਕਾ ਪਿੰਡ ਵੀ ਲਾਹੌਰ ਹੀ ਹੈ, ਪਰ ਉਹ ਸਾਰਾ ਪਰਿਵਾਰ ਆਨੰਦਪੁਰ ਸਾਹਿਬ ਆਏ ਸੀ। ਉਹਨਾਂ ਨੇ ਬੇਨਤੀ ਕੀਤੀ ਤੇ ਮਾਤਾ ਸੁੰਦਰੀ ਜੀ ਦੇ ਨਾਲ ਕਲਗੀਧਰ ਪਾਤਸ਼ਾਹੀ ਦਾ ਦੂਜਾ ਆਨੰਦ ਕਾਰਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਹੋਇਆ। ਤੇ ਤੀਜਾ ਆਨੰਦ ਕਾਰਜ ਮਾਤਾ ਸਾਹਿਬ ਕੌਰ ਜੀ ਦੇ ਨਾਲ ਹੋਇਆ। ਇਹ ਹੋਇਆ ਸਾਧ ਸੰਗਤ ਜੀ ਖਾਲਸੇ ਦੀ ਸਾਜਨਾ ਤੋਂ 1 ਸਾਲ ਬਾਅਦ। ਜਦੋਂ ਖਾਲਸੇ ਦੀ ਸਾਜਨਾ ਹੋ ਚੁੱਕੀ ਸੀ ਤੇ ਮਾਤਾ ਜੀ ਦਾ ਰੋਹਤਾਸ ਦੇ ਰਹਿਣ ਵਾਲੇ ਸੀ, ਸਾਰਾ ਪਰਿਵਾਰ ਆਇਆ, ਬੇਨਤੀ ਕੀਤੀ ਤੇ ਮਹਾਰਾਜ ਕਹਿਣ ਲੱਗੇ ਵੀ ਸਾਡੇ 2 ਆਨੰਦ ਕਾਰਜ ਹੋ ਚੁੱਕੇ ਆ ਤੇ 4 ਸਾਹਿਬਜ਼ਾਦੇ ਪ੍ਰਗਟ ਹੋ ਚੁੱਕੇ, ਇਸ ਕਰਕੇ ਹੁਣ ਅਸੀਂ ਬ੍ਰਹਮਚਾਰੀ ਜੀਵਨ ਧਾਰਨ ਕੀਤਾ ਤੇ ਹੁਣ ਸਾਡੀ ਕੋਈ ਐਸੀ ਇੱਛਾ ਨਹੀਂ ਹੈ। ਤਾਂ ਬੇਨਤੀ ਕੀਤੀ ਜੀ ਅਸੀਂ ਤਾਂ ਸੰਗਤ ਦੇ ਵਿੱਚ ਅਰਦਾਸ ਕੀਤੀ ਆ ਵੀ ਆਪਣੀ ਸਪੁੱਤਰੀ ਨੂੰ, ਆਪਣੀ ਧੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਦੀ ਦਾਸੀ ਬਣਾਉਣਾ, ਤੇ ਸਾਡੀ ਬੇਨਤੀ ਪ੍ਰਵਾਨ ਕਰੋ। ਤਾਂ ਫਿਰ ਬੇਨਤੀ ਪ੍ਰਵਾਨ ਕੀਤੀ ਤੇ ਆਨੰਦ ਕਾਰਜ ਹੋਇਆ, ਜਿਸ ਨੂੰ ਇਤਿਹਾਸ ਵਿੱਚ ਕੁਆਰਾ ਡੋਲਾ ਲਿਖਿਆ ਹੈ, ਮਾਤਾ ਸਾਹਿਬ ਕੌਰ ਜੀ। ਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦੇ ਵਿੱਚ ਹੀ ਪ੍ਰਸੰਨ ਰਹਿਣਾ, ਆਨੰਦ ਵਿੱਚ ਰਹਿਣਾ। ਮਾਤਾ ਸੁੰਦਰ ਕੌਰ ਜੀ ਦੇ ਪਵਿੱਤਰ ਕੁੱਖ ਤੋਂ ਕਲਗੀਧਰ ਪਾਤਸ਼ਾਹੀ ਦੇ ਵੱਡੇ ਸਾਹਿਬਜ਼ਾਦੇ ਪ੍ਰਗਟ ਹੋਏ, ਬਾਬਾ ਅਜੀਤ ਸਿੰਘ ਸਾਹਿਬ ਜੀ। ਤੇ ਮਾਤਾ ਅਜੀਤ ਕੌਰ ਜੀ ਦੇ ਪਵਿੱਤਰ ਕੁੱਖ ਤੋਂ 3 ਸਾਹਿਬਜ਼ਾਦੇ ਪ੍ਰਗਟ ਹੋਏ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ।
ਤੇ ਮਾਤਾ ਸਾਹਿਬ ਦੇਵ ਕੌਰ ਜੀ ਨੇ ਇੱਕ ਵਾਰੀ ਬੇਨਤੀ ਕੀਤੀ ਕਿ ਮਹਾਰਾਜ ਸਤਿਗੁਰੂ ਪਤੀ ਦੇਵ ਜੀ, ਮੇਰੀ ਵੀ ਇੱਛਾ ਹੈ ਕਿ ਮੇਰੀ ਗੋਦੀ ਵਿੱਚ ਵੀ ਪੁੱਤਰ ਹੋਣਾ ਚਾਹੀਦਾ ਹੈ, ਮੇਰੀ ਵੀ ਸੰਤਾਨ ਹੋਣੀ ਚਾਹੀਦੀ ਹੈ, ਮੇਰਾ ਵੀ ਨਾਮ ਦੁਨੀਆ ਤੇ ਰਵੇ। ਤੇ ਕਲਗੀਧਰ ਪਾਤਸ਼ਾਹ ਜੀ ਨੇ ਭਰੇ ਦੀਵਾਨ ਵਿੱਚ ਬੁਲਾ ਕਰਕੇ, ਤੇ ਉਸ ਵੇਲੇ ਖਾਲਸੇ ਦੇ ਨਾਲ ਦੀਵਾਨ ਭਰਿਆ ਹੋਇਆ ਹੈ, ਤੇ ਖਾਲਸੇ ਵੱਲੇ ਸਾਧ ਸੰਗਤ ਜੀ ਹੱਥ ਦਾ ਇਸ਼ਾਰਾ ਕਰਕੇ ਆਖਿਆ ਕਿ ਸਾਹਿਬ ਕੌਰ, ਇਹ ਖਾਲਸਾ ਅਸੀਂ ਤੁਹਾਡੀ ਝੋਲੀ ਵਿੱਚ ਪਾਉਣੇ ਆ। ਬੋਲੇ ਸੋ ਨਿਹਾਲ। ਆਖਿਆ ਇਹ ਖਾਲਸਾ, ਇਸ ਖਾਲਸੇ ਦੀ ਤੁਸੀਂ ਮਾਤਾ ਹੋ ਤੇ ਅਸੀਂ ਖਾਲਸੇ ਦੇ ਪਿਤਾ ਹਾਂ। ਇਸ ਕਰਕੇ ਅੱਜ ਵੀ ਪੰਜ ਪਿਆਰੇ ਸਹਿਬਾਨ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਨਾ, ਪੰਜ ਬਾਣੀਆਂ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ, ਤੇ ਜਦੋਂ ਰਹਿਤ ਮਰਿਆਦਾ ਦੱਸਦੇ ਤੇ ਉਸ ਵੇਲੇ ਦੱਸਦੇ ਆ ਵੀ ਖਾਲਸਾ ਜੀ, ਤੁਹਾਡੇ ਧਰਮੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਤੁਹਾਡੇ ਧਰਮੀ ਮਾਤਾ ਮਾਤਾ ਸਾਹਿਬ ਕੌਰ ਜੀ। ਤਾਂ ਇਹ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਬਖਸ਼ਾਂ ਕੀਤੀਆਂ। ਤੋ ਅੱਜ ਸਾਹਿਬਜ਼ਾਦਾ ਫਤਿਹ ਸਿੰਘ ਸਾਹਿਬ ਜੀ ਦਾ ਆਗਮਨ ਦਿਹਾੜਾ ਹੈ, ਤਾਂ ਥੋੜ੍ਹੀ ਜਿਹੀ ਆਰੰਭ ਦੇ ਵਿੱਚ ਇਹ ਬੇਨਤੀ ਸਾਂਝੀ ਕੀਤੀ ਹੈ। ਤੇ ਉਂਝ ਵੇਖੋ, ਵਿਚਾਰ ਕੇ ਵੇਖੀਏ ਤਾਂ ਮਹਾਰਾਜ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦਿਆਂ ਦੇ ਨਾਮ ਕੈਸੇ ਰੱਖੇ ਸਾਧ ਸੰਗਤ ਜੀ। ਪਹਿਲੇ ਸਾਹਿਬਜ਼ਾਦੇ ਦਾ ਨਾਮ ਅਜੀਤ ਸਿੰਘ, ਜਿਹਨੂੰ ਕੋਈ ਜਿੱਤ ਨਹੀਂ ਸਕਦਾ। ਦੂਜੇ ਸਾਹਿਬਜ਼ਾਦੇ ਦਾ ਨਾਮ ਜੁਝਾਰ ਸਿੰਘ, ਜੂਝਣ ਵਾਲਾ। ਤੇ ਤੀਸਰੇ ਸਾਹਿਬਜ਼ਾਦੇ ਦਾ ਨਾਮ ਜੋਰਾਵਰ ਸਿੰਘ ਹੈ, ਤਕੜਾ ਬਲਵਾਨ ਜੋਰਾਵਰ ਸਿੰਘ। ਤੇ ਚੌਥਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ। ਤੇ ਬਾਬਾ ਫਤਿਹ ਸਿੰਘ ਜੀ ਫਤਿਹ ਬਹੁਤ ਗੱਜ ਕੇ ਬੁਲਾਇਆ ਕਰਦੇ ਸਨ। ਆਪਾਂ ਕਈ ਵਾਰੀ ਢਿੱਲੀ ਜੀ ਫਤਿਹ ਬੁਲਾ ਦਿੰਨੇ। ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ ਵੀ ਭਾਈ ਫਤਿਹ ਗੱਜ ਕੇ ਬੁਲਾਉਣੀ ਆ। ਤੇ ਮਹਾਰਾਜ ਸਾਹਿਬ ਜੀ ਨੇ ਇੱਕ ਵਾਰੀ ਬਚਨ ਕੀਤਾ ਸੀ ਕਿ ਕੋਈ ਭਾਈ ਮਹਾਕਾਲ ਦਾ ਰੂਪ ਸਾਨੂੰ ਵਿਖਾਓ। ਤਾਂ ਐਸਾ ਜ਼ਿਕਰ ਆਉਂਦਾ, ਹੋਰ ਵੀ ਗਾਥਾ ਆਉਂਦੀ ਹੈ, ਕਹਿੰਦੇ ਵੀ ਬਾਬਾ ਫਤਿਹ ਸਿੰਘ ਜੀ ਨੂੰ ਨਾਲ ਖੇਡਣ ਨਾ ਦੇਣ ਹਾਣੀ, ਤੇ ਬਾਕੀ ਸਾਹਿਬਜ਼ਾਦੇ ਵੀ ਤੂੰ ਹਲੇ ਫਤਿਹ ਸਿੰਘਾ ਛੋਟਾ ਹੈ। ਤਾਂ ਜ਼ਿਕਰ ਆਉਂਦਾ, ਕਹਿੰਦੇ ਵੀ ਦਸਤਾਰਾਂ ਜਿਉਂ ਲੱਗੇ ਸੀਸ ਤੇ ਵਲੇਟਣ, ਕਿੰਨੀਆਂ ਹੀ ਦਸਤਾਰਾਂ ਵੱਲੀਆਂ ਆਪਣੀ ਸੀਸ ਦੇ ਉੱਤੇ। ਵੱਡੀ ਦਸਤਾਰ, ਵੱਡਾ ਦਮਾਲਾ ਸਜਾ ਕੇ ਆ ਗਏ ਕਲਗੀਧਰ ਪਾਤਸ਼ਾਹ ਦੇ ਸਾਹਮਣੇ, ਤੇ ਆਖਿਆ ਵੀ ਪਿਤਾ ਜੀ, ਇਹ ਮੈਨੂੰ ਕਹਿੰਦੇ ਤੂੰ ਛੋਟਾ ਛੋਟਾ, ਵੇਖੋ ਮੈਂ ਵੱਡਾ ਹੋ ਗਿਆ। ਤਾਂ ਮਹਾਰਾਜ ਕਹਿੰਦੇ ਨਹੀਂ, ਤੂੰ ਛੋਟਾ ਨਹੀਂ, ਤੂੰ ਵੱਡਾ ਹੀ ਹੈ, ਫਤਿਹ ਸਿੰਘ ਵੱਡਾ ਹੀ ਹੈ। ਤੇ ਗਰੀਬ ਨਵਾਜ ਨੇ ਬਚਨ ਕੀਤਾ ਵੀ ਤੇਰਾ ਵੀ ਪੰਥ ਚੱਲੇਗਾ। ਐਸਾ ਬਚਨ ਕੀਤਾ। ਇਸ ਕਰਕੇ ਜੋ ਵੱਡੇ ਦਮਾਲੇ ਸਜਾਏ ਜਾਂਦੇ, ਵੱਡੀਆਂ ਦਸਤਾਰਾਂ ਸਜਾਈਆਂ ਜਾਂਦੀਆਂ, ਉਹ ਕਲਗੀਧਰ ਪਾਤਸ਼ਾਹ ਨੇ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਨੂੰ ਬਚਨ ਕੀਤਾ ਸੀ, ਬਾਬਾ ਫਤਿਹ ਸਿੰਘ ਸਾਹਿਬ ਜੀ। ਤਾਂ ਹੀ ਗੁਰੂ ਕੇ ਸਿੰਘ ਨਿਹੰਗ ਸਿੰਘ ਇਹ ਦਮਾਲੇ ਸਜਾਉਂਦੇ, ਵੱਡੇ ਦਮਾਲੇ ਸਜਾਏ ਜਾਂਦੇ। ਤਾਂ ਬਾਬਾ ਫਤਿਹ ਸਿੰਘ ਸਾਹਿਬ, ਸੋ ਉਹਨਾਂ ਦੀ ਸਾਧ ਸੰਗਤ ਜੀ ਅਚਰਜ ਗਾਥਾ ਹੈ ਜੋ ਕਲਗੀਧਰ ਪਾਤਸ਼ਾਹ ਜੀ ਦੇ ਲਾਲ ਹਨ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਲੜੀਵਾਰ ਇਤਿਹਾਸ ਚੱਲ ਰਿਹਾ ਹੈ, ਚਮਕੌਰ ਦੀ ਗੜੀ ਦਾ, ਆਪਾਂ ਕੱਲ ਸਾਧ ਸੰਗਤ ਜੀ ਵਿਚਾਰਿਆ ਸੀ ਕਿ ਜਿਸ ਪ੍ਰਕਾਰ ਦੇ ਨਾਲ ਤੁਰਕਾਂ ਦੀ ਫੌਜ 20 ਲੱਖ ਦੇ ਕਰੀਬ ਹੈ, 10 ਲੱਖ ਦਿੱਲੀੋਂ ਚੜ੍ਹ ਕੇ ਆਇਆ ਹੈ, ਤੇ 10 ਲੱਖ ਇੱਧਰ ਜਿਹੜਾ 7 ਮਹੀਨਿਆਂ ਦਾ ਘੇਰਾ ਪਾ ਕੇ ਬੈਠੇ ਸਨ। 22 ਧਾਰ ਦੇ ਰਾਜੇ, ਸਰਹੰਦ ਦਾ ਸੂਬਾ, ਲਾਹੌਰ ਦਾ ਸੂਬਾ, ਹੋਰ ਰੰਗੜ ਗੁੱਜਰ ਕਿੰਨੇ ਮਿਲ ਗਏ ਨਾਲ। ਤਾਂ ਸਾਰਿਆਂ ਨੇ ਆ ਘੇਰਾ ਪਾਇਆ ਗੜੀ ਨੂੰ। ਤੇ ਜਦੋਂ ਇਹਨਾਂ ਨੇ ਹਮਲਾ ਕੀਤਾ ਵੀ ਗੜੀ ਦੇ ਉੱਤੇ ਛੇਤੀ ਚਲੇ ਚੱਲੀਏ, ਅਗਲੇ ਪਾਸੋਂ ਜੋ ਮਹਾਰਾਜ ਸਾਹਿਬ ਜੀ ਨੇ ਇੱਕ ਇੱਕ ਬਾਈ 8-8 ਸਿੰਘ ਖੜੇ ਕੀਤੇ ਸੀ, ਉਹਨਾਂ ਨੇ ਐਸੀਆਂ ਗੋਲੀਆਂ ਚਲਾਈਆਂ, ਐਸੇ ਤੀਰ ਛੱਡੇ ਕਿ ਢੇਰ ਲਾ ਦਿੱਤੇ ਇਹਨਾਂ ਦੇ। ਫਿਰ ਜਦੋਂ ਹੱਥ ਪਾ ਕਰਕੇ ਕੰਧਾਂ ਨੂੰ ਚੜ੍ਹਨ ਲੱਗੇ, ਫਿਰ ਤਲਵਾਰਾਂ ਤੇਗਿਆਂ ਦੇ ਨਾਲ ਸਿਰ ਵੱਢ ਵੱਢ ਕੇ ਸੁੱਟ ਦਿੱਤੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੀ ਉੱਚੀ ਅਟਾਰੀ ਵਿੱਚ ਗੜੀ ਚੋਂ ਤੀਰ ਚਲਾਉਂਦੇ ਆ। ਇਸ ਤੋਂ ਅੱਗੇ ਜਿਵੇਂ ਗਰੀਬ ਨਵਾਜ ਸਾਹਿਬ ਜੀ ਨੇ ਔਰ ਸਾਥੀਆਂ ਨੇ, ਸਿੰਘਾਂ ਨੇ ਜੰਗ ਕੀਤਾ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਨਾਲ ਸਰਵਣ ਕਰੀਏ।
ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ। ਦੋਹਰਾ ਸ੍ਰੀ ਸਤਿਗੁਰ ਕਰ ਤਾਰ ਮੁਖ। ਸੋਭਾ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੱਥ ਦੇ ਵਿੱਚ ਤੀਰ ਕਮਾਨ ਫੜਿਆ ਹੋਇਆ ਹੈ। ਫਿਰੇ ਦਰੀਚੀ ਬੀਚ। ਉਸ ਹਵੇਲੀ ਦੀ ਅਟਾਰੀ ਦੇ ਉੱਤੇ ਮਹਾਰਾਜ ਸਾਹਿਬ ਜੀ ਸਥਿਤ ਹਨ। ਤੇ ਜਿਹੜੀ ਛੋਟੀ ਜੀ ਉਹ ਦਰੀਚੀ ਹੈ ਨਾ, ਛੋਟੀ ਜੀ ਤਾਕੀ ਹੈ, ਛੋਟਾ ਜਿਹਾ ਦਰਵਾਜ਼ਾ ਹੈ ਉੱਪਰਲੇ ਪਾਸੇ, ਉਹਦੇ ਵਿੱਚ ਮਹਾਰਾਜ ਹਨ। ਤੇ ਮਹਾਰਾਜ ਨੇ ਤਿੱਖੇ ਤਿੱਖੇ ਤੀਰਾਂ ਦੀ ਉੱਤੋਂ ਝੜੀ ਲਾ ਦਿੱਤੀ, ਵਰਖਾ ਕਰ ਦਿੱਤੀ। ਗੁਰੂ ਸਾਹਿਬ ਜੀ ਨੇ ਆਪਣੀਆਂ ਤੀਰਾਂ ਦੇ ਨਾਲ ਸੈਂਕੜਿਆਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸੇ ਤਰ੍ਹਾਂ ਗੜੀ ਦੇ ਵਿੱਚ ਤਿਆਰ ਬਰ ਤਿਆਰ ਗੁਰੂ ਕੇ ਸਿੰਘਾਂ ਨੇ ਆਪਣੇ ਹੱਥਾਂ ਦੇ ਵਿੱਚ ਰਫਲਾਂ ਲਈਆਂ ਹੋਈਆਂ ਹਨ। ਤੇ ਗੋਲੀਆਂ ਤੇ ਬਰੂਦ ਤੋਂ ਬਿਨਾਂ ਹੀ ਗੁਰੂ ਕੇ ਬਚਨਾਂ ਦੇ ਨਾਲ ਉਹ ਅੱਗ ਪਲੀਤੇ ਦੇ ਉੱਤੇ ਡੰਭ ਦਿੰਦੇ ਹਨ। ਗੋਲੀਆਂ ਕਹਿੰਦੇ ਇੰਜ ਚੱਲਦੀਆਂ ਤੇ ਹਜ਼ਾਰਾਂ ਨੂੰ ਮੌਤ ਦੇ ਘਾਟ ਉਹਨਾਂ ਗੋਲੀਆਂ ਨੇ ਉਤਾਰ ਦਿੱਤਾ। ਜਿੰਨਾ ਵੀ ਦੁਸ਼ਮਣ ਦਲ ਹੈ ਨਾ ਬਾਹਰ ਗੜੀ ਦੇ ਆਲੇ ਦੁਆਲੇ 20 ਲੱਖ ਦੇ ਕਰੀਬ, ਉਹ ਸਾਰੇ ਕਹਿੰਦੇ ਹਿਰਦੇ ਵਿੱਚ ਅਚਰਜਤਾ ਧਾਰਨ ਕਰਦੇ, ਹੈਰਾਨ ਹੁੰਦੇ ਹਨ। ਚਾਰ ਛਪੇਰੇ ਗੜੀ ਦੇ ਜਿਹੜੇ ਆ ਉਹ ਗੜੀ ਵੱਲ ਵੇਖਦੇ ਹੋਏ ਹੈਰਾਨ ਹੋਏ ਪਏ ਆ ਵੀ ਇੰਨੀਆਂ ਗੋਲੀਆਂ ਗੜੀ ਵਿੱਚੋਂ ਆ ਰਹੀਆਂ, ਇੰਨੇ ਤੀਰ ਆ ਰਹੇ। ਝੜੀ ਲਾ ਦਿੱਤੀ ਉੱਤੋਂ ਕਲਗੀਧਰ ਪਾਤਸ਼ਾਹ ਨੇ, ਇਧਰੋਂ ਹੇਠਲੇ ਪਾਸਿਓਂ ਸਿੰਘਾਂ ਨੇ। ਕਹਿੰਦੇ ਜਾਣੋ ਵੀ ਇੱਕ ਕਿਲਾ ਹੀ ਉਸਾਰ ਦਿੱਤਾ ਲੋਥਾਂ ਦਾ, ਲੋਥ ਤੇ ਲੋਥ ਚਾੜ ਦਿੱਤੀ। ਕੰਧਾਂ ਦੇ ਆਲੇ ਦੁਆਲੇ ਜਿਹੜੇ ਚੜ੍ਹਨ ਲੱਗੇ ਸੀ ਉਹ ਵੱਢ ਵੱਢ ਕੇ ਉਹਨਾਂ ਦੇ ਸਿਰ ਨਾ ਤੇ ਉਹ ਥੱਲੜੇ ਪਾਸੇ ਢੇਰ ਲਾ ਦਿੱਤੇ ਆ, ਜਾਣੀ ਕਿ ਦੂਸਰੀਆਂ ਕੰਧਾਂ ਹੀ ਉਸਾਰ ਦਿੱਤੀਆਂ ਨਾਲ, ਕੋਟ ਹੀ ਕਿਲਾ ਹੀ ਬਣਾ ਦਿੱਤਾ ਕਹਿੰਦੇ ਲੋਥਾਂ ਦਾ। ਤੇ ਚਾਰ ਛਪੇਰੇ ਬੜਾ ਭਿਆਨਕ ਖੂਨ ਫੈਲ ਗਿਆ ਹੈ। ਗੜੀ ਦਾ ਜਿੱਥੇ ਦਰਵਾਜ਼ਾ ਹੈ ਨਾ ਵੱਡਾ, ਉਧਰਲੇ ਪਾਸੇ ਨੂੰ ਦੌੜ ਦੌੜ ਕੇ ਆਉਂਦੇ ਹਨ। ਜਿਹੜੇ ਦੁਸ਼ਮਣ ਦਲ ਦੇ ਸੂਰਬੀਰ ਹਨ ਉਹ ਦੌੜ ਦੌੜ ਕੇ ਆਉਂਦੇ। ਤੇ ਦਰਵਾਜ਼ੇ ਤੇ ਦੋਹਾਂ ਸਿੰਘਾਂ ਦੀ ਮਹਾਰਾਜ ਨੇ ਸੇਵਾ ਲਾਈ ਸੀ, ਇੱਕ ਭਾਈ ਕੋਠਾ ਸਿੰਘ ਤੇ ਇੱਕ ਭਾਈ ਮਦਨ ਸਿੰਘ। ਭਾਈ ਕੋਠਾ ਸਿੰਘ ਰੰਘਰੇਟਾ ਸਿੱਖ, ਭਾਈ ਮਦਨ ਸਿੰਘ ਰਵਿਦਾਸੀਆ ਸਿੱਖ। ਐਸਾ ਜ਼ਿਕਰ ਆਇਆ ਪਿਛੇ ਇਤਿਹਾਸ ਵਿੱਚ। ਤਾਂ ਭਾਈ ਕੋਠਾ ਸਿੰਘ ਗੁਲਕਾਂ ਹਤੈ, ਉਹ ਗੋਲੀਆਂ ਚਲਾਉਂਦੇ। ਭਾਈ ਕੋਠਾ ਸਿੰਘ ਜੀ ਜਿਹੜੇ ਦੌੜ ਦੌੜ ਕੇ ਆਉਂਦੇ ਨਾ ਦਰਵਾਜ਼ੇ ਵੱਲ ਨੂੰ ਵੀ ਦਰਵਾਜ਼ੇ ਤੋਂ ਅੰਦਰ ਲੰਘ ਜਾਈਏ, ਅਗਲੇ ਪਾਸੇ ਭਾਈ ਕੋਠਾ ਸਿੰਘ ਜੀ ਗੋਲੀਆਂ ਮਾਰਦੇ ਉਹਨਾਂ ਦੇ। ਤੇ ਭਾਈ ਮਦਨ ਸਿੰਘ ਨੇ ਵੀ ਧੀਰਜ ਧਾਰੀ ਹੋਈ ਹੈ ਤੇ ਗੋਲੀਆਂ ਚਲਾਈ ਜਾਂਦੇ। ਨਰਾਜ ਛੰਦ ਦਹੂਨ ਤਾਕ ਤਾਕੈ ਤਫੰਗ ਉਡੋਕ ਗੋਲੀਆਂ। ਦੋਵੇਂ ਜਾਣੇ ਕਹਿੰਦੇ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਤਾਕ ਤਾਕ ਤੱਕ ਤੱਕ ਕੇ ਦੁਸ਼ਮਣ ਨੂੰ ਆਉਂਦਿਆਂ ਹੋਇਆਂ ਤੇ ਬੰਦੂਕਾਂ ਦੇ ਵਿੱਚ ਉਸ ਵੇਲੇ ਕਹਿੰਦੇ ਹਨ ਕਿ ਉਹਨਾਂ ਨੂੰ ਆਪਣੀਆਂ ਬੰਦੂਕਾਂ ਦੇ ਨਾਲ ਗੋਲੀਆਂ ਚਲਾਉਂਦੇ। ਹਜ਼ਾਰਾਂ ਹੀ ਦੁਸ਼ਮਣ ਓਰੜ ਕੇ ਆ ਰਹੀ, ਉਮੜ ਕੇ ਆ ਰਹੀ ਹੈ, ਉਹਨਾਂ ਦੇ ਸਾਹਮਣੇ ਚਲਾ ਦਿੱਤੀਆਂ। ਕਈਆਂ ਦੇ ਫਿਰ ਅੰਗਾਂ ਦੇ ਨਾਲ ਗੋਲੀਆਂ ਲੱਗੀਆਂ ਤੇ ਬਿਨਾਂ ਕਿਸੇ ਸੰਗ ਤੋਂ ਫਿਰ ਨਿਸੰਗ ਹੋ ਕਰਕੇ ਆਖਿਆ ਇਹਨਾਂ ਦੋਹਾਂ ਸਿੰਘਾਂ ਨੇ, ਕਲਗੀਧਰ ਪਾਤਸ਼ਾਹ ਉੱਤੇ ਅਟਾਰੀ ਤੇ ਬੈਠੇ ਹੋਏ ਨਾ ਵੀਰ ਆਸਨ, ਉੱਤੋਂ ਤੀਰ ਚਲਾ ਰਹੇ। ਇਹਨਾਂ ਨੇ ਕਲਗੀਧਰ ਪਾਤਸ਼ਾਹ ਵਾਲੇ ਵੇਖ ਕੇ ਬੇਨਤੀ ਕੀਤੀ ਹੈ, ਆਖਿਆ ਮਹਾਰਾਜ ਪ੍ਰਭੂ ਜੀ ਸਾਨੂੰ ਆਗਿਆ ਦਿਓ,
ਸਾਡੇ ਹਿਰਦੇ ਦੀ ਵਿਸ਼ੇਸ਼ ਇੱਛਾ ਹੈ, ਕਾਂਖਾ ਹੈ। ਪਧਾਰ ਫੌਰ ਬਾਹਰੇ ਸਧੌਰ ਜੰਗ ਘਾਲ ਹੈ। ਮਹਾਰਾਜ ਅਸੀਂ ਬਾਹਰ ਜਾ ਕੇ ਜੰਗ ਕਰਨਾ ਚਾਹੁੰਦੇ ਹਾਂ ਗੜੀ 'ਚ। ਤੁਸੀਂ ਸਾਨੂੰ ਆਗਿਆ ਦਿਓ, ਹੁਣ ਦਰਵਾਜ਼ਾ ਖੋਲ ਕੇ ਬਾਹਰ ਜਾ ਕੇ ਇਹਨਾਂ ਤੁਰਕਾਂ ਤੇ ਇਹਨਾਂ ਪਹਾੜੀਆਂ ਦੇ ਨਾਲ ਅਸੀਂ ਦੋ ਹੱਥ ਕਰੀਏ, ਜੰਗ ਘਾਲੀਏ। ਕਿਰਪਾਨ ਕਾਢ ਮਿਆਨ ਤੇ ਨਿਦਾਨ ਛਤਰ ਡਾਲ ਹੈ। ਮਹਾਰਾਜ ਅਸੀਂ ਆਪਣੇ ਮਿਆਨਾਂ ਚੋਂ ਕਿਰਪਾਨਾਂ ਕੱਢ ਕੇ ਤੇ ਇਹਨਾਂ ਸ਼ਤਰੂਆਂ ਨੂੰ, ਮੂਰਖਾਂ ਨੂੰ ਵੱਢ ਕੇ ਸੁੱਟ ਦਈਏ ਥੱਲੇ। ਹੱਸੇ ਕਿਰਪਾਨ ਤੇ ਖੁਸ਼ੀ ਗਇਓ ਦਿਖਾਏ ਹਾਥ ਕੋ। ਸਤਿਗੁਰੂ ਉੱਤੇ ਬੈਠੇ ਹੋਏ ਹੱਸੇ ਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਸ਼ ਹੋਏ ਆ ਗਰੀਬ ਨਵਾਜ। ਤੇ ਫਿਰ ਕਿਰਪਾਲੂ ਸਤਿਗੁਰੂ ਜੀ ਨੇ ਹੱਸ ਕੇ ਤੇ ਇਹਨਾਂ ਨੂੰ ਖੁਸ਼ੀ ਦੇ ਦਿੱਤੀ ਹੈ। ਖੁਸ਼ੀ ਤੋਂ ਭਾਵ ਆਗਿਆ ਦੇ ਦਿੱਤੀ ਹੈ। ਕਹਿਓ ਦਿਖਾਏ ਹਾਥ ਕੋ। ਮਹਾਰਾਜ ਕਹਿਣ ਲੱਗੇ ਸਿੰਘੋ ਜੇ ਤੁਹਾਡੀ ਇੱਛਾ ਬਾਹਰ ਜਾ ਕੇ ਜੰਗ ਕਰਨ ਦੀ ਤੇ ਜਾਓ, ਹੱਥ ਵਿਖਾਓ, ਫਿਰ ਤੁਹਾਡੇ ਹੱਥ ਵੇਖੀਏ ਤੁਸੀਂ ਕਿਸ ਤਰ੍ਹਾਂ ਜੰਗ ਕਰਦੇ ਹੋ। ਪ੍ਰਵੇਸ਼ ਪੰਜ ਸੈਨ ਬੀਚ ਕਾਟ ਕਾਟ ਮਾਥ ਕੋ। ਮਹਾਰਾਜ ਕਹਿੰਦੇ ਪ੍ਰਵੇਸ਼ ਕਰ ਜਾਓ ਫਿਰ ਪੁੰਜ ਸੈਨ ਬੀਚ। ਪੁੰਜ ਜਿਹੜੀ ਸਮੂਹ ਸੈਨ ਹੈ ਨਾ, ਬਹੁਤੀ ਫੌਜ ਹੈ, ਇਹਦੇ ਵਿੱਚ ਤੁਸੀਂ ਪ੍ਰਵੇਸ਼ ਕਰ ਜਾਓ ਤੇ ਇਹਨਾਂ ਜ਼ਾਲਮਾਂ ਦੇ ਫਿਰ ਮੱਥੇ ਕੱਟ ਕੱਟ ਕੇ ਰੱਖ ਦਿਓ। ਗੁਰੂ ਬਖਾਨ ਸ਼੍ਰੈ ਕੈ ਧਿਆਨ ਕੌਣ ਸੂਰਮੇ। ਕਲਗੀਧਰ ਪਾਤਸ਼ਾਹ ਨੇ ਮੁਖਾਰਬਿੰਦ ਤੋਂ ਆਗਿਆ ਦਿੱਤੀ ਹੈ। ਮਹਾਰਾਜ ਦਾ ਬਚਨ ਸੁਣ ਕਰਕੇ ਹੁਣ ਦੋਵੇਂ ਸੂਰਮੇ ਉਸ ਵੇਲੇ ਇਹਨਾਂ ਨੇ ਪਿਆਨ ਕੀਤਾ ਹੈ, ਕੂਚ ਕੀਤਾ ਹੈ। ਕਿਵਾੜ ਖੋਲ ਪੌਰ ਖੇੜ ਦੌੜ ਦੌੜ ਦੂਰ ਮੇ। ਦਰਵਾਜ਼ਾ ਖੋਲ ਕੇ ਤੇ ਦੋਵੇਂ ਹੀ ਦੌੜ ਦੌੜ ਕੇ ਦੂਰ ਚਲੇ ਗਏ ਹੁਣ ਜੰਗ ਦੇ ਮੈਦਾਨ ਦੇ ਵਿੱਚ। ਦਿਖਾਏ ਮੇ ਕਿਰਪਾਲ ਕੋ ਵਿਸਾਲ ਜੰਗ ਘਾਲਿਓ। ਕਿਰਪਾਲੂ ਸਤਿਗੁਰੂ ਜੀ ਨੂੰ ਵਿਖਾਉਣ ਵਾਸਤੇ ਇਹਨਾਂ ਨੇ ਬੜਾ ਵੱਡਾ ਜੰਗ ਕੀਤਾ ਦੋਵਾਂ ਸੂਰਮਿਆਂ ਨੇ। ਭਾਈ ਕੋਠਾ ਸਿੰਘ ਨੇ ਤੇ ਭਾਈ ਮਦਨ ਸਿੰਘ ਨੇ। ਬਚਾਏ ਵਾਰ ਢਾਲ ਮਹਿ ਹਰੀਨ ਮਾਰ ਡਾਲਿਓ। ਕਹਿੰਦੇ ਦੁਸ਼ਮਣਾਂ ਦੀ ਫੌਜ ਦੇ ਕੀਤੇ ਹੋਏ ਵਾਰ ਆਪਣੀਆਂ ਢਾਲਾਂ ਤੇ ਇਹਨਾਂ ਨੇ ਬਚਾ ਲਏ, ਰੋਕ ਲਏ ਤੇ ਉਹਨਾਂ ਦੁਸ਼ਮਣਾਂ ਨੂੰ ਆਪਣੇ ਵਾਰਾਂ ਦੇ ਨਾਲ ਇਹਨਾਂ ਨੇ ਮਾਰਿਆ ਹੈ। ਪ੍ਰਭੂ ਵਿਸਾਲ ਖੋਜ ਦੀਨ ਧਾਏ ਹੋਰ ਜਾਏ ਕੀ। ਕਲਗੀਧਰ ਪਾਤਸ਼ਾਹ ਨੇ ਜਿੱਥੇ ਇਹਨਾਂ ਨੂੰ ਖੁਸ਼ੀ ਦਿੱਤੀ ਉੱਥੇ ਬੇਅੰਤ ਬਲ ਵੀ ਦੇ ਦਿੱਤਾ ਨਾਲ ਹੀ। ਆਪਣੀ ਬਰਕਤ ਦੀ ਤਾਕਤ ਵੀ ਇਹਨਾਂ ਸਿੰਘਾਂ ਨੂੰ ਨਾਲ ਹੀ ਦੇ ਦਿੱਤੀ ਹੈ। ਪ੍ਰਭੂ ਵਿਸਾਲ ਓਜ ਦੀਨ। ਓਜ ਕਹਿੰਦੇ ਤਾਕਤ ਨੂੰ, ਜ਼ੋਰ ਨੂੰ। ਬਹੁਤਾ ਹੀ ਵਿਸਾਲ ਓਜ ਦਿੱਤਾ, ਵਿਸਾਲ ਜ਼ਿਆਦਾ ਹੀ ਬਲ ਦਿੱਤਾ ਕਲਗੀਧਰ ਪਾਤਸ਼ਾਹ ਨੇ। ਇਸ ਕਰਕੇ ਜਿੱਧਰ ਧਾਵਾ ਕਰਕੇ ਪੈਂਦੇ ਆ, ਜਿਹੜੀ ਤਰਫ ਜਾਂਦੇ ਹਨ ਦੁਸ਼ਮਣ ਦੇ ਉੱਤੇ। ਕਿਰਪਾਨ ਸ਼ਰੋਣ ਦੇਖ ਧੀਰ ਧੀਰ ਨਾਸ਼ ਪਾਏ ਕੀ। ਕਹਿੰਦੇ ਵੱਢਦੇ ਹੀ ਜਾ ਰਹੇ, ਵੱਢਦੇ ਹੀ ਜਾ ਰਹੇ ਤੇ ਜਿੱਧਰਲੇ ਪਾਸੇ ਜਾਂਦੇ ਇਹਨਾਂ ਦੀਆਂ ਕਿਰਪਾਨਾਂ ਭਿੱਜੀਆਂ ਹੋਈਆਂ ਖੂਨ ਦੇ ਨਾਲ। ਐ ਛਾਲਾਂ ਮਾਰ ਮਾਰ, ਚੁੰਗੀਆਂ ਮਾਰ ਮਾਰ ਪੈਂਦੇ ਹਨ। ਕਿਰਪਾਨ ਸਰੋਣ ਦੇਖ ਭੀਰ, ਭਿੱਜੀ ਹੋਈ ਖੂਨ ਦੇ ਨਾਲ ਇਹਨਾਂ ਦੀ ਕਿਰਪਾਨ ਜਦੋਂ ਵੇਖਦੇ ਆ ਨਾ ਤੁਰਕ, ਤੇ ਧੀਰ ਨਾਸ਼ ਤਾਹੇ ਕੋ। ਕਈਆਂ ਦਾ ਤੇ ਕਹਿੰਦੇ ਧੀਰ ਜੀ ਨਾਸ ਹੋ ਜਾਂਦਾ ਹੈ, ਕਿਉਂਕਿ ਕਿਰਪਾਨ ਚੋਂ ਖੂਨ ਨੁਚੜ ਰਿਹਾ ਇਹਨਾਂ ਦੀਆਂ ਕਿਰਪਾਨਾਂ ਦੇ ਵਿੱਚੋਂ। ਵੱਡੇ ਹੀ ਇੰਨੇ ਜ਼ਿਆਦੇ ਆ, ਇਸ ਕਰਕੇ ਜਿਹੜੇ ਅੱਗੇ ਵੇਖਦੇ ਆ ਤੇ ਉਹਨਾਂ ਦਾ ਧੀਰਜ ਨਾਸ ਹੋਈ ਜਾਂਦਾ ਹੈ। ਸਕੇ ਨ ਝਾਲ ਸਾਹੂਏ ਮਤੰਗ ਹੀਰ ਸ਼ੇਰ ਕੋ। ਕਹਿੰਦੇ ਇਹਨਾਂ ਦੋਨਾਂ ਸਿੰਘਾਂ ਦਾ ਲਈ ਨਹੀਂ ਤੁਰਕ ਚੱਲ ਸਕੇ, ਪਹਾੜੀਏ ਚੱਲ ਸਕੇ, ਨਹੀਂ ਚੱਲ ਸਕੇ। ਸਕੇ ਨਾ ਝਾਲ ਸਾਹਮਣੇ, ਸਾਹਮਣੇ ਨਹੀਂ ਝਾਲ ਚੱਲ ਸਕੇ। ਕਿਵੇਂ ਨਹੀਂ ਚੱਲ ਸਕੇ? ਕਵੀ ਜੀ ਕਹਿੰਦੇ ਜਿਵੇਂ ਮਤੰਗ ਹੀਰ ਸ਼ੇਰ ਕੋ, ਜਿਵੇਂ ਹਾਥੀ ਸ਼ੇਰ ਨੂੰ ਵੇਖ ਕੇ ਅੱਗੇ ਭੱਜ ਜਾਂਦਾ। ਹਾਥੀ ਹੁੰਦਾ ਭਾਵੇਂ ਵੱਡਾ ਹੈ ਪਰ ਸ਼ੇਰ ਬਹਾਦਰ ਹੁੰਦਾ ਹਾਥੀ ਦੇ ਨਾਲ। ਸ਼ੇਰ ਦਾ ਜਿਗਰਾ ਵੱਡਾ ਹੁੰਦਾ ਹਾਥੀ ਦੇ ਨਾਲੋਂ, ਇਸ ਕਰਕੇ ਸ਼ੇਰ ਹਾਥੀ ਨੂੰ ਵੀ ਅੱਗੇ ਲਾ ਲੈਂਦਾ ਆਪਦੇ। ਤਾਂ ਇਹਨਾਂ ਸਿੰਘਾਂ ਨੇ, ਸ਼ੇਰਾਂ ਨੇ ਤੁਰਕਾਂ ਰੂਪੀ ਹਾਥੀਆਂ ਨੂੰ ਅੱਗੇ ਲਾ ਲਿਆ। ਕਟੰਤ ਅੰਗ ਸ਼ਦਰ ਕੇ ਕਰੰਤ ਧਾਈ ਮੇਰ ਕੋ। ਕਹਿੰਦੇ ਵੀ ਨੇੜੇ ਹੋ ਕਰਕੇ, ਧਾਵਾ ਕਰਕੇ ਸ਼ਤਰੂਆਂ ਦੇ ਅੰਗ ਕੱਟ ਦਿੱਤੇ ਇਹਨਾਂ ਦੋਨਾਂ ਸਿੰਘਾਂ ਨੇ। ਬਿਲੋਕ ਦੁਸ਼ਟ ਪੁਸ਼ਟ ਜੇ ਅਨਿਸ਼ਟ ਜਾਨ ਆਪਨੇ। ਜਿਹੜੇ ਵੱਡੇ ਵੱਡੇ ਦੁਸ਼ਟ ਵਾ ਉਹਨਾਂ ਨੇ ਵੇਖਿਆ ਵੀ ਇਹ ਤੇ ਸਾਨੂੰ ਖਤਮ ਹੀ ਕਰੀ ਜਾ ਰਹੇ ਹਨ, ਇਹ ਤਾਂ ਸਾਡਾ ਨਾਸ ਕਰੀ ਜਾ ਰਹੇ ਹਨ। ਹਜ਼ਾਰ ਨੂੰ ਤਫੰਗ ਸ਼ੋਰ ਸਿੰਘ ਹੋਰ ਖਾਪਨੇ। ਉਹਨਾਂ ਜਾਣਿਆ ਵੀ ਇਹ ਤੇ ਸਾਨੂੰ ਦੁਖਦਾਈ ਵੀ ਹਨ। ਉਸ ਵੇਲੇ ਇੱਕੇ ਵਾਰੀ ਕਹਿੰਦੇ ਵੀ ਹਜ਼ਾਰਾਂ ਹੀ ਬੰਦੂਕਾਂ ਦੇ ਵਿੱਚੋਂ ਸਿੰਘਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਇਕੱਠੀਆਂ ਗੋਲੀਆਂ ਇਹਨਾਂ ਦੋਨਾਂ ਸਿੰਘਾਂ ਵੱਲੇ ਚਲਾ ਦਿੱਤੀਆਂ। ਲੱਗੀ 25 30 ਅੰਗ ਅੰਗ
ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਦੇ ਸਰੀਰ ਵਿੱਚ 25 25 30 30 ਗੋਲੀਆਂ ਇਕੱਠੀਆਂ ਹੀ ਵੱਜੀਆਂ, ਜਾਣੀ ਕਿ ਇੱਕੇ ਵਾਰੀ ਇੰਨੇ ਬ੍ਰਸ਼ਟ ਹੀ ਵੱਜੇ। ਜਦੋਂ ਕਿੰਨੀਆਂ ਹੀ ਗੋਲੀਆਂ ਇਕੱਠੀਆਂ ਚਲਾ ਦਿੱਤੀਆਂ ਤੇ ਅੰਗ ਅੰਗ ਤੋੜ ਕੇ ਰੱਖ ਦਿੱਤਾ ਸਿੰਘਾਂ ਦਾ। 25 25 30 30 ਗੋਲੀਆਂ ਪਾਰ ਹੋ ਗਈਆਂ ਸਰੀਰਾਂ ਦੇ ਵਿੱਚੋਂ। ਗੁਰੂ ਗੁਰੂ ਪਨੰਤ ਦੇਵ ਲੋਕ ਜਾਣ ਕੀਨਿਓ। ਪਰ ਆਖਰੀ ਸਵਾਸਾਂ ਤੀਕ ਲੜਦਿਆਂ ਲੜਦਿਆਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦਿਆਂ ਹੋਇਆਂ ਤੇ ਦੇਵਲੋਕ ਨੂੰ ਚਲੇ ਗਏ, ਸੱਚਖੰਡ ਪਿਆਨਾ ਕਰ ਗਏ। ਪ੍ਰਭੂ ਮੁਖਾਰ ਬਿੰਦ ਤੇ ਸਰਾਹੇ ਜੰਗ ਤਾਰਿਕੋ। ਤਾਂ ਮਹਾਰਾਜ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹਨਾਂ ਦੇ ਜੰਗ ਦੀ ਸਲੋਤਾ ਕੀਤੀ ਹੈ। ਗੜੀ ਦੇ ਪਹਿਲੇ 2 ਸਿੰਘ ਸ਼ਹੀਦ ਹੋਏ ਆ। ਇੱਕ ਜਕਾਰਾ ਬੁਲਾਈਏ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਤਾਂ ਦੋਵੇਂ ਸਿੰਘ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਜੀ ਜਿਸ ਵੇਲੇ ਗੁਰੂ ਗੁਰੂ ਜਪਦੇ ਹੋਏ ਸ਼ਹੀਦੀਆਂ ਪਾ ਗਏ, ਇਹਨਾਂ ਦੇ ਜੰਗ ਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਸਲੋਤਾ ਕੀਤੀ ਹੈ ਵੀ ਸੂਰਮਿਆਂ ਨੇ ਕੈਸਾ ਜੰਗ ਕੀਤਾ ਹੈ, ਪੁਰਜਾ ਪੁਰਜਾ ਕੱਟ ਕੇ ਸ਼ਹੀਦ ਹੋ ਗਏ ਹਨ। ਇਸੇ ਪ੍ਰਕਾਰ ਔਰ ਸਿੰਘ ਦੌੜ ਜੰਗ ਜਾਏ ਕੋ। ਇਸੇ ਪ੍ਰਕਾਰ ਹੋਰ ਸਿੰਘ ਦੌੜ ਕੇ ਆਏ ਜੰਗ ਜਾਣ ਵਾਸਤੇ। ਜਾਨ ਸਿੰਘ ਦਾਨ ਸਿੰਘ ਧਿਆਨ ਸਿੰਘ ਤੀਨ ਹੋ। 3 ਸਿੰਘ ਆ ਗਏ ਫਿਰ ਸਾਹਮਣੇ। ਇੱਕ ਦਾ ਨਾਮ ਆ ਭਾਈ ਖਜਾਨ ਸਿੰਘ, ਇੱਕ ਦਾ ਨਾਮ ਆ ਭਾਈ ਦਾਨ ਸਿੰਘ ਜੀ, ਇੱਕ ਦਾ ਨਾਮ ਭਾਈ ਧਿਆਨ ਸਿੰਘ ਜੀ। ਤਿੰਨੇ ਆਏ। ਹਲੇ ਮਲੇਸ਼ ਬਾਹਰੇ ਹੁਕਮ ਭਾਕ ਲੀਨ ਹੋ। ਇਹਨਾਂ ਨੇ ਵੀ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕਰਕੇ ਤੇ ਹੁਕਮ ਲੈ ਲਿਆ ਦਸ਼ਮੇਸ਼ ਪਾਤਸ਼ਾਹ ਤੋਂ। ਆਖਿਆ ਮਹਾਰਾਜ ਜਿਵੇਂ ਸਾਡੇ ਸਾਥੀ 2 ਸ਼ਹੀਦ ਹੋ ਗਏ ਆ ਤੇ ਅਸੀਂ ਵੀ 3 ਜਾਣੇ ਬਾਹਰ ਜਾ ਕੇ ਜੰਗ ਕਰਨਾ ਚਾਹੁੰਦੇ ਹਾਂ, ਇਹਨਾਂ ਮਲੇਸ਼ਾਂ ਦਾ ਇਹਨਾਂ ਤੁਰਕਾਂ ਦਾ ਖਾਤਮਾ ਕਰਨਾ ਚਾਹੁੰਦੇ ਆ। ਮਹਾਰਾਜ ਸਾਨੂੰ ਵੀ ਹੁਕਮ ਦਿਓ, ਆਗਿਆ ਦਿਓ। ਕਲਗੀਧਰ ਪਾਤਸ਼ਾਹ ਨੇ ਆਗਿਆ ਦੇ ਦਿੱਤੀ ਹੈ। ਧਿਆਨ ਠੌਰ ਪੌਰ ਕੇਰ ਦੌਰ ਦੌਰ ਬਾਹਰੇ। ਉਸ ਵੇਲੇ ਦਰਵਾਜ਼ੇ ਥਾਣੀ ਇਹਨਾਂ ਨੇ ਪਿਆਨਾ ਕੀਤਾ ਬਾਹਰ ਨੂੰ ਤੇ ਦੌੜ ਦੌੜ ਕੇ ਬਾਹਰ ਦੁਸ਼ਮਣ ਦੀ ਫੌਜ ਵਿੱਚ ਜਾ ਮਿਲੇ ਹਨ। ਪਰਮਾਏ ਸੰਗ ਸੇਲ ਕੋ ਬਿਲੋਕ ਲੋਕ ਆਹਰੇ। ਤੇ ਇਹਨਾਂ ਨੇ ਜਾਂਦਿਆਂ ਸਾਰ ਕਹਿੰਦੇ ਵੀ ਸਾਂਗ ਸੇਲ ਬਰਸ਼ੇ ਬਰਸ਼ੀਆਂ ਭਰਮਾ ਦਿੱਤੇ, ਘੁਮਾ ਦਿੱਤੇ ਹਨ ਤੇ ਦੁਸ਼ਮਣ ਦੀ ਫੌਜ ਇਹਨਾਂ ਵੱਲੇ ਵੇਖ ਰਹੀ ਹੈ। ਪਰੋਏ ਘੇਰ ਘੇਰ ਕੈ ਬਡੇਰ ਓਜ ਧਾਰ ਕੈ। ਬਰਸ਼ਿਆਂ ਦੇ ਵਿੱਚ ਪਰੋ ਪਰੋ ਕੇ ਸੁੱਟ ਦਿੱਤੇ ਸਿੰਘਾਂ ਨੇ ਤੁਰਕ ਤੇ ਪਹਾੜੀਏ। ਬਡੇਰ ਓਜ ਧਾਰ ਕੇ, ਵੱਡਾ ਬਲ ਧਾਰਨ ਕਰਕੇ। ਮਨਿੰਦ ਸ਼ੇਰ ਭੀਮ ਹਵੈ ਸਮੂਹ ਮਾਰ ਮਾਰ ਕੈ। ਜਿਵੇਂ ਕਹਿੰਦੇ ਵੀ ਸ਼ੇਰ ਸ਼ਿਕਾਰ ਨਹੀਂ ਕਰਦਾ ਜਾਨਵਰਾਂ ਦਾ, ਇਸ ਤਰ੍ਹਾਂ ਭਿਆਨਕ ਸ਼ੇਰ ਦੇ ਬਰਾਬਰ ਹੋ ਕਰਕੇ ਸਾਹਮਣੇ ਦੌੜ ਦੌੜ ਕੇ ਕਹਿੰਦੇ ਇਹਨਾਂ ਨੇ ਮਾਰਨਾ ਕੀਤਾ, ਐਸੀ ਮਾਰ ਮਾਰੀ ਹੈ। ਨਿਹਾਰ ਆਏ ਸਾਹਮਣੇ ਅਧੀਰ ਹਾਰ ਭਾਜਤੇ। ਕਈ ਤਾਂ ਵੇਖ ਕੇ ਇਹਨਾਂ ਨੂੰ ਇਹਨਾਂ ਦੇ ਸਾਹਮਣੇ ਆ ਗਏ ਤੇ ਕਈ ਧੀਰਜ ਛੱਡ ਕੇ ਉਹ ਭੱਜ ਗਏ, ਜਾਣੋ ਕਿ ਹਾਰ ਗਏ। ਸਕੋਪ ਤੁੰਡ ਨੈਣ ਲਾਲ ਡਾਲ ਸ਼ਤਰ ਗਾਜਤੇ। ਚਿਹਰੇ ਕਹਿੰਦੇ ਪਿਆ ਗੁੱਸੇ ਦੇ ਵਿੱਚ ਹੋਏ ਪਏ ਸਿੰਘਾਂ ਦੇ, ਵੀਰ ਰਸ ਦੇ ਵਿੱਚ ਹੋਏ ਪਏ ਲਾਲ, ਤੇ ਨੈਣ ਲਾਲ, ਨੇਤਰ ਵੀ ਲਾਲ ਹੋਏ ਪਏ, ਚਿਹਰੇ ਵੀ ਲਾਲ ਹੋਏ ਪਏ ਆ। ਡਾਲ ਸ਼ਤਰੂ ਗਾਲ ਗਾਜ ਤੇ ਸ਼ਤਰੂਆਂ ਦੇ ਉੱਤੇ ਗੱਜ ਗੱਜ ਕੇ ਟੁੱਟ ਟੁੱਟ ਕੇ ਪੈਂਦੇ ਹਨ ਜਕਾਰੇ ਬੁਲਾ ਕੇ। ਕਤੇਕ ਲੈ ਕਿਰਪਾਨ ਆਨ ਹਾਨ ਏਕ ਬਾਹਤੇ। ਤੇ ਕਈ ਕਿਰਪਾਨਾਂ ਲੈ ਕਰਕੇ ਸਿੰਘਾਂ ਨੂੰ ਮਾਰਨ ਵਾਸਤੇ ਅੱਗੇ ਆ ਗਏ। ਸ਼ਾਲ ਪੈਰ ਸ਼ਾਲ ਕੇ ਬਚਾਏ ਅੰਗ ਤਾਹੇ ਤੇ। ਉਹ ਜਿਨ੍ਹਾਂ ਨੇ ਕਿਰਪਾਨਾਂ ਦੇ ਆ ਕੇ ਵਾਰ ਕੀਤੇ ਨਾ ਸਿੰਘਾਂ ਦੇ ਉੱਤੇ ਤੇਗਾਂ ਦੇ, ਤੇ ਸਿੰਘਾਂ ਨੇ ਕਹਿੰਦੇ ਵੀ ਉਛਾਲ ਪੈਰ ਛਾਲ ਕੇ, ਛਾਲਾਂ ਮਾਰ ਕੇ ਉੱਪਰ ਨੂੰ ਉੱਠ ਗਏ। ਭਾਵ ਉਛਲ ਉਛਲ ਕੇ ਜਾਂਦੇ ਛਾਲਾਂ ਮਾਰਦੇ ਹੋਏ ਉਹਨਾਂ ਦੇ ਹਮਲੇ ਤੋਂ ਆਪਣੀ ਅੰਗ ਬਚਾ ਲੈਣਾ ਕੀਤੇ। ਗੁਰੂ ਪ੍ਰਤਾਪ ਪਾਏ ਕੇ ਕਲਾਪ ਖਾਪ ਛਤਰ ਕੋ। ਗੁਰੂ ਸਾਹਿਬ ਜੀ ਦਾ ਪ੍ਰਤਾਪ ਤੇਜ ਪ੍ਰਾਪਤ ਕਰਕੇ ਤੇ ਬਹੁਤੇ ਸ਼ਤਰੂਆਂ ਨੂੰ ਖਪਾ ਦਿੱਤਾ ਹੈ, ਰਵਾ ਦਿੱਤਾ, ਖਤਮ ਕਰ ਦਿੱਤਾ ਹੈ। ਫਿਰੈ ਵਿਸਾਲ ਸੈਨ ਜੰਗ ਠਾਨ ਤੇ ਪਚਿੱਤਰ ਕੋ। ਬਹੁਤੀ ਸੈਨਾ ਦੇ ਵਿੱਚ ਇਧਰ ਉਧਰ ਫਿਰ ਰਹੇ ਆ ਸਿੰਘ ਭੱਜਦੇ ਹੋਏ,
ਤੇ ਅਨੋਖਾ ਹੀ ਜੰਗ ਕਰ ਰਹੇ ਹਨ ਵਿਚਿੱਤਰ ਤਰ੍ਹਾਂ ਦਾ। ਕਤੇਕ ਮਾਸ ਭੂਖ ਖੇਦ ਧਾਰਿਓ ਮਹਾਨ। ਤਾਂ ਇਸ ਤਰ੍ਹਾਂ ਕਹਿੰਦੇ ਹਨ ਕਿ ਕਿਤੇਕ ਮਾਸ, ਕਿੰਨੇ ਮਹੀਨੇ ਭੁੱਖ ਦਾ ਦੁੱਖ ਵੀ ਇਹਨਾਂ ਨੇ ਧਾਰਨ ਕੀਤਾ। ਹਾਲੇ ਭੁੱਖੇ ਵੀ ਆ, ਵੇਖੋ ਕਿੰਨੇ ਮਹੀਨਿਆਂ ਦਾ ਜਿਹੜਾ ਦੁੱਖ ਵੀ ਧਾਰਨ ਕੀਤਾ, ਤੇ ਫਿਰ ਵੀ ਆਹੂ ਲਾਈ ਜਾਂਦੇ ਹਨ, ਫਿਰ ਵੀ ਵੱਢ ਵੱਢ ਸੁੱਟੀ ਜਾਂਦੇ। ਜਿੱਧਰ ਨੂੰ ਪੈਂਦੇ ਆ ਸਿੰਘ ਉਧਰਲੇ ਪਾਸੇ ਵੱਢ ਵੱਢ ਸੁੱਟੀ ਜਾਂਦੇ ਆ। ਕਹਿੰਦੇ ਵੇਖੋ ਵੀ ਇਹਨਾਂ ਦੇ ਸਰੀਰਾਂ ਦੇ ਵਿੱਚ ਤਾਂ ਮਾਸ ਵੀ ਨਹੀਂ ਪੂਰਾ ਰਹਿ ਗਿਆ, ਖੂਨ ਵੀ ਪੂਰਾ ਨਹੀਂ ਰਹਿ ਗਿਆ ਸਿੰਘਾਂ ਦੇ ਵਿੱਚ, ਕਿਉਂਕਿ ਜੇ ਖਾਣ ਵਾਸਤੇ ਨਾ ਮਿਲੇ ਤੇ ਖੂਨ ਕੀ ਬਣਨਾ ਤੇ ਮਾਸ ਕੀ ਬਣਨਾ। ਮਾਸ ਵੀ ਸੁੱਕ ਜਾਂਦਾ ਵਾ ਭੁੱਖ ਕਰਕੇ, ਖੂਨ ਵੀ ਸੁੱਕ ਜਾਂਦਾ ਵਾ, ਸਰੀਰਾਂ ਵਿੱਚੋਂ ਮਾਸ ਵੀ ਸੁੱਕਾ ਪਿਆ, ਖੂਨ ਵੀ ਸੁੱਕਾ ਪਿਆ, ਭੁੱਖੇ ਆ, ਪਰ ਫਿਰ ਵੀ ਕਿਸ ਤਰ੍ਹਾਂ ਲੜ ਰਹੇ ਹਨ। ਜਾਣੋ ਕਿ ਕਹਿੰਦੇ ਕੇਰੀ ਸ਼ੇਰ ਦੀ ਤਰ੍ਹਾਂ, ਮਨਿੰਦ ਓਜ ਕੇਰੀ, ਕੇਰੀ ਸ਼ੇਰ ਦੀ ਤਰ੍ਹਾਂ ਇਹਨਾਂ ਦੇ ਵਿੱਚ ਤਾਕਤ ਹੈ, ਤੇ ਇੱਧਰ ਉੱਧਰ ਫਿਰ ਰਹੇ ਆ। ਹੁਣ ਸ਼ੇਰ ਵੀ ਜੇ ਭੁੱਖਾ ਹੋਵੇ ਨਾ ਤੇ ਉਹ ਜ਼ਿਆਦਾ ਹਮਲਾ ਕਰਦਾ। ਸਗੋਂ ਸਿੰਘ ਵੀ ਨਾਮ ਵੀ ਸ਼ੇਰ ਦਾ ਹੀ ਆ, ਕਈਆਂ ਮਹੀਨਿਆਂ ਦੇ ਭੁੱਖੇ ਹੀ ਆ, ਇਸ ਕਰਕੇ ਕੇਰੀ ਸ਼ੇਰ ਦੀ ਤਰ੍ਹਾਂ ਭੁੱਖੇ ਸ਼ੇਰ ਦੀ ਤਰ੍ਹਾਂ ਟੁੱਟ ਟੁੱਟ ਕੇ ਪੈਂਦੇ ਆ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਦਮਦਮੀ ਟਕਸਾਲ ਦੇ 12ਵੇਂ ਜਥੇਦਾਰ ਗੁਰਮੁਖ ਪਿਆਰੇ, ਉਹਨਾਂ ਨੇ ਜ਼ਿਕਰ ਕੀਤਾ ਸਾਧ ਸੰਗਤ ਜੀ ਵੀ 21 ਝੋਟੀਆਂ ਦਾ ਬਲ ਹੁੰਦਾ ਹੈ ਕੇਰੀ ਸ਼ੇਰ ਦੇ ਵਿੱਚ। ਇੱਕ ਪਾਸੇ 21 ਝੋਟੀਆਂ ਹੋਣ ਨਾ, ਝੋਟੀ ਵੇਖੋ ਐ ਤਗੜੀ ਕਿੰਨਾ ਬਲ ਹੁੰਦਾ ਵਾ, ਖਿੱਚ ਖਿੱਚ ਲੈ ਜਾਂਦੀ ਹੈ, ਕਾਬੂ ਨਹੀਂ ਆਉਂਦੀ। ਤੇ 21 ਝੋਟੀਆਂ 'ਚ ਕਿੰਨੀ ਤਾਕਤ ਆ। ਕਹਿੰਦੇ 21 ਝੋਟੀਆਂ ਦਾ ਜਿਹੜਾ ਬਲ ਵਾ ਉਹ ਕੇਰੀ ਸ਼ੇਰ ਵਿੱਚ ਹੁੰਦਾ। ਇੱਥੇ ਕੇਰੀ ਸ਼ੇਰ ਕਵੀ ਜੀ ਨੇ ਵਰਤਿਆ ਵੀ ਕੇਰੀ ਸ਼ੇਰ ਦੇ ਬਰਾਬਰ। ਫਿਰ ਉਹਨਾਂ ਨੇ ਆਖਿਆ ਵੀ 21 ਕੇਰੀ ਸ਼ੇਰਾਂ ਦਾ ਬਲ ਜਿਹੜਾ ਵਾ, ਤਾਕਤ ਵਾ, ਉਹ ਬੱਬਰ ਸ਼ੇਰ ਵਿੱਚ ਹੁੰਦੀ ਆ, ਤੇ 21 ਬੱਬਰ ਸ਼ੇਰਾਂ ਦੀ ਜਿਹੜੀ ਤਾਕਤ ਵਾ ਉਹ ਸਾਰਦੂਲ ਸ਼ੇਰ ਵਿੱਚ ਹੁੰਦੀ ਹੈ। ਸਭ ਤੋਂ ਵੱਡਾ ਜਿਹੜਾ ਉਹ ਸਾਰਦੂਲ ਸ਼ੇਰ ਮੰਨਿਆ ਗਿਆ। ਉਹ ਸ਼ੇਰਾਂ ਦੀਆਂ ਵੀ ਕਿਸਮਾਂ ਹਨ। ਤੋ ਇਸ ਤਰੀਕੇ ਨਾਲ ਇੱਥੇ ਕਵੀ ਜੀ ਨੇ ਆਖਿਆ ਵੀ ਜਿਵੇਂ ਕੇਰੀ ਸ਼ੇਰ ਦੀ ਤਾਕਤ ਹੈ ਨਾ, ਇਸ ਤਰੀਕੇ ਦੇ ਨਾਲ ਤੁਰਕਾਂ ਦੇ ਇਹ ਸਮੂਹ ਦੇ ਵਿੱਚ ਸਿੰਘ ਫਿਰਦੇ ਹਨ, ਤਿੰਨੇ ਹੀ ਭਾਈ ਖਜਾਨ ਸਿੰਘ, ਦਾਨ ਸਿੰਘ ਤੇ ਧਿਆਨ ਸਿੰਘ। ਇਹ ਛੇਤੀ ਛੇਤੀ ਜੰਗ ਕਰ ਰਹੇ ਆ। ਕਹਿੰਦੇ ਕਿਰਪਾ ਕਿਰਪਾ ਦੇ ਨਿਧਾਨ ਦੀ ਹੈ, ਸਿੰਘਾਂ ਦੇ ਉੱਤੇ ਕਿਰਪਾ ਹੋਈ ਆ, ਕਿਰਪਾ ਦੇ ਖਜ਼ਾਨੇ ਦੀ। ਤੇ ਕਿਰਪਾ ਦੇ ਖਜ਼ਾਨੇ ਆ ਗੁਰੂ ਗੋਬਿੰਦ ਸਿੰਘ ਜੀ, ਜਿਹੜੇ ਅਟਾਰੀ ਤੇ ਬੈਠੇ ਨਾਲੇ ਤੀਰ ਚਲਾ ਰਹੇ ਆ, ਨਾਲੇ ਸਿੰਘਾਂ ਵੱਲੇ ਵੇਖ ਰਹੇ ਆ। ਤੇ ਕਿਰਪਾ ਦੇ ਖਜ਼ਾਨੇ ਦੀ, ਇਹ ਕਿਰਪਾ ਦੇ ਸ਼ਕਤੀ ਦੇ ਨਾਲ ਜੂਝ ਰਹੇ ਹਨ। ਕਹਿੰਦੇ ਵੀ ਹਜ਼ਾਰਾਂ ਹੀ ਉਸ ਵੇਲੇ ਗੋਲੀਆਂ ਚੱਲ ਰਹੀਆਂ ਬੰਦੂਕਾਂ ਦੇ ਵਿੱਚੋਂ, ਜਿਹਦੇ ਨਾਲ ਉਹ ਅੰਗ ਅੰਗ ਤੋੜ ਰਹੇ ਹਨ। ਤਾਂ ਵੀ ਕਹਿੰਦੇ ਪਛਾਣ ਨਹੀਂ ਹਟਦੇ ਕਿਤੇ, ਤੁੰਡ ਮੋਲ ਤੇ ਰੰਚ, ਰੰਚਕ ਮਾਤਰ ਵੀ ਆਪਣਾ ਮੁੱਖ ਨਹੀਂ ਮੋੜਦੇ ਜੰਗ ਦੇ ਮੈਦਾਨ ਤੋਂ ਸਿੰਘ। ਭਾਵੇਂ ਜ਼ਖਮੀ ਹੋਏ ਪਏ ਆ, ਗੋਲੀਆਂ ਚੱਲ ਰਹੀਆਂ ਵਾ, ਵਿੱਚੇ ਕਿਰਪਾਨਾਂ ਵਾਹੀ ਜਾਂਦੇ, ਥੋੜਾ ਮਾਤਰ ਵੀ ਮੁੱਖ ਪਿੱਛੇ ਨਹੀਂ ਕਰਦੇ ਹਨ। ਪੰਜ ਸਿੰਘ ਗੜ ਬਹਿ ਰਹਵੈ, ਮਰੇ ਮਾਰ ਹਰ ਬ੍ਰਿੰਦ। ਇਸ ਤਰ੍ਹਾਂ ਇਹ ਤਿੰਨੇ ਸਿੰਘ, ਦੋ ਪਹਿਲਾਂ ਸ਼ਹੀਦ ਹੋ ਚੁੱਕੇ ਨਾ, ਤਿੰਨ ਇਹ ਗਏ ਸੀ, ਪੰਜ ਹੋ ਗਏ। ਇਹਨਾਂ ਪੰਜਾਂ ਸਿੰਘਾਂ ਨੇ ਕਹਿੰਦੇ ਵੀ ਗੜੀ ਤੋਂ ਬਾਹਰ ਹੋ ਕਰਕੇ ਬਹੁਤੇ ਤੁਰਕਾਂ ਨੂੰ, ਬਹੁਤੇ ਜ਼ਾਲਮਾਂ ਨੂੰ ਮਾਰਿਆ, ਤੇ ਮਾਰ ਕਰਕੇ ਆਪ ਵੀ ਸ਼ਹੀਦ ਹੋ ਗਏ। ਜਿਹੜੇ ਬਾਕੀ ਦੇ ਗੜੀ ਦੇ ਅੰਦਰ ਸਿੰਘ ਵਾ, ਉਹਨਾਂ ਦੇ ਅੰਦਰ ਵੀ ਬਹੁਤੀ ਚੌਂਪ ਪੈਦਾ ਹੋਈ, ਬਹੁਤਾ ਉਤਸ਼ਾਹ ਪੈਦਾ ਹੋਇਆ ਕਿ ਜਿਵੇਂ ਸਾਡੇ ਸਾਥੀ ਪੰਜ ਸਿੰਘ ਬਾਹਰ ਹੋ ਕਰਕੇ ਸ਼ਹੀਦ ਹੋ ਗਏ ਆ, ਉਹਨਾਂ ਦੀ ਤਰ੍ਹਾਂ ਅਸੀਂ ਵੀ ਗੜੀ ਤੋਂ ਬਾਹਰ ਜਾ ਕਰਕੇ ਤੁਰਕਾਂ ਦਾ ਮੁਕਾਬਲਾ ਕਰੀਏ। ਕਹਿੰਦੇ ਫਿਰ ਭਾਈ ਮੋਹਕਮ ਸਿੰਘ ਜੀ ਆਏ ਆ ਕਲਗੀਧਰ ਪਾਤਸ਼ਾਹ ਦੇ ਸਾਹਮਣੇ, ਸਹਿਤ ਧੀਰਜ ਦੇ, ਧੀਰਜ ਦੇ ਸਹਿਤ ਹੋ ਕਰਕੇ ਕਵੀ ਜੀ ਦੱਸ ਰਹੇ ਆ ਵੀ ਭਾਈ ਮੋਹਕਮ ਸਿੰਘ ਜੀ ਕੌਣ ਵਾ। ਕਹਿੰਦੇ ਕਿ ਜਿਹੜੇ ਅੰਮ੍ਰਿਤ ਦੇਣ ਲੈਣ ਦੇ ਵਿੱਚ ਵਾ,
ਭਾਵ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ 1756 ਬਿਕਰਮੀ ਸੰਮਤ ਤੇ 1699 ਈਸਵੀ ਦੀ ਵਿਸਾਖੀ ਨੂੰ ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ। ਪੰਜਾਂ ਪਿਆਰਿਆਂ ਵਿੱਚੋਂ ਇੱਕ ਵਾ ਪਿਆਰੇ ਮੋਹਕਮ ਸਿੰਘ ਜੀ, ਤੇ ਫਿਰ ਪੰਜਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਨੂੰ ਅੰਮ੍ਰਿਤ ਛਕਾਇਆ। ਇਸ ਕਰਕੇ ਕਵੀ ਜੀ ਨੇ ਆਖਿਆ ਵੀ ਅੰਮ੍ਰਿਤ ਦੇਣ ਲੈਣ ਮੈਂ ਜੋਈ। ਜਿਨ੍ਹਾਂ ਨੇ ਸੇਵਾ ਨਿਭਾਈ ਆ ਅੰਮ੍ਰਿਤ ਲੈਣ ਵਿੱਚ ਵੀ ਤੇ ਅੰਮ੍ਰਿਤ ਦੇਣ ਵਿੱਚ ਵੀ। ਖੁਸ਼ੀ ਲਈ ਜਾਉ ਇਕਾਕੀ, ਤੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕਰਕੇ ਖੁਸ਼ੀ ਲੈ ਲਈ ਹੈ ਪਾਤਸ਼ਾਹ ਦੀ, ਦਸ਼ਮੇਸ਼ ਪਿਤਾ ਦੀ, ਕਿ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਇਕੱਲਾ ਹੀ ਜਾਵਾਂ ਦੁਸ਼ਮਣ ਦੀ ਫੌਜ ਦੇ ਵਿੱਚ, ਮੈਨੂੰ ਇਕੱਲੇ ਨੂੰ ਹੀ ਆਗਿਆ ਦੇ ਦਿਓ, ਮੈਂ ਇਕੱਲਾ ਹੀ ਜਾਣਾ ਚਾਹੁੰਦਾ ਹਾਂ। ਲੜਾਈ ਨਿਜ ਕਰਨਾ ਕੀ, ਮਹਾਰਾਜ ਮੈਂ ਜਾ ਕੇ ਲੜਾਈ ਕਰਾਂ ਇਹਨਾਂ ਦੀ ਫੌਜ ਦੇ ਨਾਲ, ਤੇ ਤੁਸੀਂ ਲੜਾਈ ਵੇਖੋ ਆਪਣੀ ਕਿਰਪਾ ਦੀ। ਮਹਾਰਾਜ ਕਹਿੰਦਾ ਭਾਈ ਮੋਹਕਮ ਸਿੰਘ ਜੀ ਕਹਿੰਦੇ ਮੈਂ ਨਹੀਂ ਲੜਨਾ, ਮਹਾਰਾਜ ਤੁਹਾਡੀ ਕਿਰਪਾ ਨੇ ਲੜਨਾ, ਤੁਹਾਡੀ ਕਿਰਪਾ ਨੇ ਲੜਨਾ ਹੈ। ਤੇ ਇਸ ਕਰਕੇ ਆਪਣੀ ਕਿਰਪਾ ਦੀ ਲੜਾਈ ਵੇਖੋ, ਭਾਵ ਵੀ ਮੇਰੇ ਵਿੱਚ ਤੁਹਾਡੀ ਸ਼ਕਤੀ ਨੇ ਕੰਮ ਕਰਨਾ, ਮੇਰਾ ਤੇ ਸਰੀਰ ਹੀ ਹੈ ਤੇ ਮੇਰੇ ਵਿੱਚ ਕਿਰਪਾ ਤੁਹਾਡੀ ਜਿਹੜੀ ਉਹਨੇ ਕੰਮ ਕਰਨਾ। ਇਸ ਕਰਕੇ ਆਪਣੀ ਕਿਰਪਾ ਦੀ ਲੜਾਈ ਤੁਸੀਂ ਆਪ ਵੇਖੋ। ਹੁਕਮ ਕਰਿਓ ਗੁਰ ਸਾਹਿਬ ਪੂਰੇ, ਪੂਰੇ ਸਾਹਿਬ, ਪੂਰੇ ਮਾਲਕ, ਪੂਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਹੈ ਪਿਆਰੇ ਮੋਹਕਮ ਸਿੰਘ ਜੀ ਨੂੰ। ਲਰਨ ਲਾਖ ਸੋ ਇੱਕ ਸਿੰਘ ਸੂਰੇ, ਮਹਾਰਾਜ ਕਹਿੰਦੇ ਸਿੰਘਾ ਜਾ ਭਾਈ, ਕਹਿੰਦੇ ਸਾਡਾ ਸੂਰਮਾ ਲੱਖਾਂ ਨਾਲ ਇਕੱਲਾ ਹੀ ਲੜੇਗਾ, ਜਾ ਸਿੰਘਾ। ਜਦੋਂ ਬੇਨਤੀ ਕੀਤੀ ਨਾ ਮਹਾਰਾਜ ਆਪਣੀ ਕਿਰਪਾ ਦੀ ਲੜਾਈ ਵੇਖੋ, ਤੁਹਾਡੀ ਕਿਰਪਾ ਮੇਰੇ ਵਿੱਚ ਕੰਮ ਕਰਨੀ ਹੈ, ਤੁਹਾਡੀ ਕਿਰਪਾ ਨਾਲ ਮੈਂ ਲੜਨਾ। ਤੇ ਮਹਾਰਾਜ ਕਹਿੰਦੇ ਵੀ ਸਾਡਾ ਸੂਰਮਾ ਲੱਖਾਂ ਨਾਲ ਇੱਕੋ ਹੀ ਲੜੇਗਾ। ਸਾਜ ਬਚਨ ਅਬ ਕਰਦ ਕਰਾਵੋ, ਗਰੀਬ ਨਵਾਜ ਕਹਿੰਦੇ ਭਾਈ ਮੋਹਕਮ ਸਿੰਘ ਜੀ ਜਾਓ ਜੰਗ ਦੇ ਮੈਦਾਨ ਵਿੱਚ, ਤੇ ਜਿਹੜਾ ਅਸੀਂ ਬਚਨ ਕੀਤਾ ਨਾ 1.25 ਲੱਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ, ਉਹ ਸਾਡਾ ਬਚਨ ਸੱਚ ਕਰਕੇ ਵਿਖਾ ਦਿਓ। ਸੱਚ ਕਰਕੇ ਗੁਰੂ ਨੇ ਜੋ ਬੋਲਿਆ ਉਹ ਸਾਧ ਸੰਗਤ ਜੀ 3 ਕਾਲ ਸੱਚਾ ਹੋਇਆ। ਸਤਿਗੁਰਾਂ ਦਾ ਬਚਨ ਸਦਾ ਅਟਲ ਹੈ, ਸਦਾ ਅਚਲ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਆਖਿਆ ਉਹ ਬੋਲੇ ਹੋਏ ਬੋਲ ਸੱਚ ਕਰਕੇ ਵਿਖਾਓ। ਬੇਈਮਾਨ ਗਨ ਮਾਰ ਗਿਰਾਓ, ਇਹ ਜਿਹੜੇ ਬੇਈਮਾਨ ਲੋਕ ਇਕੱਠਾ ਹੋਏ ਆ, ਬੇਈਮਾਨ ਲਾਣਾ, ਇਹਨਾਂ ਨੂੰ ਮਾਰ ਕਰਕੇ ਸੁੱਟ ਦਿਓ। ਸੁਨਤ ਹੁਕਮ ਕੋ ਵੈਰ ਸਿਧਾਰਾ, ਕਲਗੀਧਰ ਪਾਤਸ਼ਾਹ ਜੀ ਦਾ ਪਿਤਾ ਜੀ ਦਾ ਹੁਕਮ ਸੁਣ ਕਰਕੇ ਭਾਈ ਮੋਹਕਮ ਸਿੰਘ ਜੀ ਬਾਹਰ ਗਏ। ਵਜੈ ਲੋ ਸੋ ਲੋਹ ਕਰਾਰਾ, ਤੇ ਬਾਹਰ ਜਾਂਦਿਆਂ ਸਾਰੀ ਫਿਰ ਲੋਹੇ ਨਾਲ ਲੋਹਾ ਕਰਾਰਾ ਕਰੜਾ ਵੱਜਿਆ, ਭਾਵ ਸ਼ਸਤਰ ਨਾਲ ਸ਼ਸਤਰ ਖੜਕਿਆ ਹੈ। ਜਲ ਮਲੇਸ਼ ਕੋ ਜਲ ਨਿਦ ਭਾਰਾ, ਕਵੀ ਜੀ ਆਪਣੇ ਅਲੰਕਾਰ ਦੁਆਰਾ ਕਹਿੰਦੇ ਹਨ, ਕਹਿੰਦੇ ਜਾਣੋ ਇਹ ਮਲੇਸ਼ਾਂ ਦੀ ਫੌਜ ਹੈ, ਜਿਹੜੀ ਮਲੇਸ਼ਾਂ ਦਾ ਦਲ ਹੈ, ਇਹ ਭਾਰੀ ਸਮੁੰਦਰ ਹੈ। ਮੋਹਕਮ ਸਿੰਘ ਮਕਰ ਆਕਾਰਾ, ਤੇ ਭਾਈ ਮੋਹਕਮ ਸਿੰਘ ਜੀ ਇਸ ਸਮੁੰਦਰ ਦੇ ਵਿੱਚ, ਫੌਜ ਰੂਪੀ ਸਮੁੰਦਰ ਦੇ ਵਿੱਚ ਮਗਰਮੱਛ ਦੀ ਤਰ੍ਹਾਂ ਵੜ ਗਏ। ਵੀ ਮਗਰਮੱਛ ਸਮੁੰਦਰ ਦੇ ਸਾਹਮਣੇ ਹੁੰਦਾ ਤੇ ਛੋਟਾ ਹੀ ਆ, ਪਰ ਮਗਰਮੱਛ ਦੀ ਵੀ ਇੱਕ ਆਪਣੀ ਹਸਤੀ ਹੁੰਦੀ ਆ। ਇਸ ਕਰਕੇ ਕਹਿੰਦੇ ਵੀ ਸਮੁੰਦਰ ਤੇ ਫੌਜ ਤਾਂ ਬਹੁਤ ਜ਼ਿਆਦੀ ਸਮੁੰਦਰ ਦੀ ਤਰ੍ਹਾਂ ਵਾ, ਤੇ ਭਾਈ ਮੋਹਕਮ ਸਿੰਘ ਜੀ ਮਗਰਮੱਛ ਦੀ ਤਰ੍ਹਾਂ ਇਸ ਸਮੁੰਦਰ ਵਿੱਚ ਪ੍ਰਵੇਸ਼ ਕਰ ਗਏ। ਕਰਿਓ ਨੀਚ ਇਤ ਮੁਤ ਫਿਰ ਤਬੈ, ਤੇ ਵਿੱਚ ਵੜ ਗਏ ਆ, ਫੌਜ ਦੇ ਇਧਰ ਉਧਰ ਫਿਰਦੇ ਹਨ ਉਸ ਵੇਲੇ। ਹਲਾ ਚਲੀ ਮੈਂ ਪ੍ਰਾਪਤ ਸਬੈ, ਤੇ ਉਹ ਹਾਲਾਤ ਦਿੰਦਾ ਹੀ ਹੈ ਨਾ ਮਗਰਮੱਛ ਪਾਣੀ ਨੂੰ। ਇਸ ਤਰ੍ਹਾਂ ਕਹਿੰਦੇ ਵੀ ਭਾਈ ਮੋਹਕਮ ਸਿੰਘ ਨੇ ਇਹ ਫੌਜ ਰੂਪੀ ਸਮੁੰਦਰ ਵਿੱਚ ਹਲਚਲੀ ਮਚਾ ਦਿੱਤੀ ਹੈ। ਢਿੱਲ ਹੋਨ ਤੁਰੰਗ ਵਿਸਾਲੇ, ਜਿਹੜਾ ਹੱਲੇ ਹੋ ਰਹੇ ਆ ਨਾ ਇਧਰੋਂ ਉਧਰੋਂ ਭਾਈ ਮੋਹਕਮ ਸਿੰਘ ਦੇ ਉੱਤੇ, ਇਹ ਜਾਣੋ ਵੀ ਇਸ ਸਮੁੰਦਰ ਦੇ ਵਿੱਚ ਲਹਿਰਾਂ ਉੱਠ ਰਹੀਆਂ, ਉਛਾਲੇ ਆ ਰਹੇ ਹਨ। ਸਿੰਘ ਮਕਰ ਗਹਿ ਖੜਗ ਉਠਾਲੇ, ਤੇ ਸਿੰਘ ਇਹ ਮਗਰਮੱਛ ਰੂਪੀ ਸਿੰਘ ਨੇ ਵੀ ਜਾਣੋ ਆਪਣੇ ਹੱਥ ਦੇ ਵਿੱਚ ਉਸ ਵੇਲੇ ਖੜਗ ਚੁੱਕੀ ਹੋਈ ਹੈ, ਕਿਰਪਾਨ ਚੁੱਕੀ ਹੋਈ ਹੈ। ਪਹੁੰਚਤ ਸਨਮੁਖ ਜਿਸੇ ਬੰਗਾਰਾ, ਜਿਸ ਦੇ ਸਾਹਮਣੇ ਪਹੁੰਚ ਕਰਕੇ ਜਿਸ ਨੂੰ ਵੰਗਾਰਿਆ ਹੈ। ਅਰਦੋ ਅਰਦ ਚੀਰ ਸੋ ਡਾਰਾ,
ਐਸਾ ਭਾਰੀ ਭਰਵਾਂ ਵਾਰ ਕਰਦੇ ਭਾਈ ਮੋਹਕਮ ਸਿੰਘ ਜੀ ਵੀ ਅੱਧਾ ਅੱਧਾ ਚੀਰ ਕੇ ਰੱਖ ਦਿੰਦੇ। ਜਦੋਂ ਕਿਰਪਾਨ ਦਾ ਵਾਰ ਕਰਦੇ ਨਾ ਤੇ ਟੋਟੇ ਕਰਕੇ ਰੱਖ ਦਿੰਦੇ, ਅੱਧਾ ਇੱਕ ਪਾਸੇ ਅੱਧਾ ਇੱਕ ਪਾਸੇ। ਉਂਝ ਸਾਧ ਸੰਗਤ ਜੀ ਇੱਥੇ ਜ਼ਿਕਰ ਆ ਗਿਆ ਮਗਰਮੱਛ ਦਾ। ਮਹਾਰਾਜ ਸਾਹਿਬ ਜੀ ਨੇ ਜਿਹੜੇ ਆਪਣੇ ਖਾਲਸੇ ਨੂੰ ਨਾਮ ਦਿੱਤੇ ਨਾ, ਨਾਮ ਬੜੇ ਕਮਾਲ ਦੇ ਹੀ ਦਿੱਤੇ। ਇੱਕ ਨਾਮ ਮਹਾਰਾਜ ਨੇ ਦਿੱਤਾ ਸਿੰਘ, ਇੱਕ ਦਿੱਤਾ ਕੌਰ, ਇੱਕ ਦਿੱਤਾ ਨਿਹੰਗ ਮਹਾਰਾਜ ਸਾਹਿਬ ਜੀ ਨੇ। ਫਿਰ ਖਾਲਸਾ। ਜਿਹੜਾ ਨਿਹੰਗ ਨਾਮ ਆ ਨਾ, ਨਿਹੰਗ ਦਾ ਅਰਥ ਮਗਰਮੱਛ ਵਾ, ਨਿਹੰਗ ਸਿੰਘ, ਤੇ ਸਿੰਘ ਦਾ ਅਰਥ ਸ਼ੇਰ ਵਾ। ਜਿਹੜਾ ਨਿਹੰਗ ਮਗਰਮੱਛ ਵਾ ਇਹਨੂੰ ਸਮੁੰਦਰ ਦਾ ਰਾਜਾ ਮੰਨਿਆ ਜਾਂਦਾ, ਤੇ ਜਿਹੜਾ ਸ਼ੇਰ ਵਾ, ਸਿੰਘ ਮੈਨੇ ਸ਼ੇਰ, ਤੇ ਸ਼ੇਰ ਨੂੰ ਜੰਗਲ ਦਾ ਰਾਜਾ ਮੰਨਿਆ ਜਾਂਦਾ। ਤੇ ਜਿਹੜਾ ਕੌਰ ਹੈ ਨਾ, ਕੌਰ ਇੱਕ ਤਰ੍ਹਾਂ ਦਾ ਪੰਛੀ ਆ ਤੇ ਉਹਦਾ ਨਾਮ ਕੌਰ ਹੁੰਦਾ ਹੈ। ਉਂਝ ਕੰਵਰ ਤੇ ਕੌਰ ਰਾਜਕੁਮਾਰਾਂ ਨੂੰ ਵੀ ਕਿਹਾ ਜਾਂਦਾ, ਰਾਜਕੁਮਾਰੀਆਂ ਰਾਜਕੁਮਾਰਾਂ ਨੂੰ, ਪਰ ਕੌਰ ਨਾਮ ਦਾ ਇੱਕ ਪੰਛੀ ਬਾਬਤ ਲਿਖਿਆ ਜ਼ਿਕਰ ਇਤਿਹਾਸ ਦੇ ਵਿੱਚ ਵੀ ਉਹ ਪੰਛੀ ਇੰਨਾ ਫਰਤੀਲਾ ਹੁੰਦਾ ਹੈ। ਕੌਰ ਮਾਈਆਂ ਦੇ ਨਾਮ ਨਾਲ ਕੌਰ ਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਸਿੰਘਾਂ ਦੇ ਨਾਮ ਦੇ ਨਾਲ ਸਿੰਘ ਲਾਇਆ ਨਾ ਮਰਦਾਂ ਦੇ ਨਾਲ, ਤੇ ਮਾਈਆਂ ਦੇ ਨਾਮ ਨਾਲ ਕੌਰ ਲਾਇਆ। ਤੇ ਉਹਦੇ ਕੌਰ ਪੰਛੀ ਦੇ ਸੰਬੰਧ ਵਿੱਚ ਲਿਖਿਆ ਹੈ ਕਿ ਉਹ ਬੈਠਾ ਰਹਿੰਦਾ ਦਰਖਤ ਦੇ ਉੱਤੇ, ਤੇ ਜਿਸ ਵੇਲੇ ਸ਼ੇਰ ਮਾਸ ਖਾ ਕੇ ਰੱਜਿਆ ਹੋਇਆ ਕਿਤੇ ਬੈਠਾ ਹੈ ਨਾ, ਤੇ ਉਹ ਉਬਾਸੀ ਲੈਂਦਾ ਹੈ, ਆਪਣਾ ਮੂੰਹ ਟੱਟਦਾ ਹੈ, ਉਹਦੀਆਂ ਜਾੜਾਂ 'ਚ ਫਸਿਆ ਹੋਇਆ ਜਿਹੜਾ ਮਾਸ ਵਾ ਉਹ ਉਡਾਰੀ ਮਾਰ ਕੇ ਉਨੇ ਚਿਰ ਵਿੱਚ ਹੀ ਕਹਿੰਦੇ ਚੁੰਝ ਭਰ ਕੇ ਲੈ ਜਾਂਦਾ, ਕੌਰ ਨਾਮ ਦਾ ਪੰਛੀ। ਤੇ ਮਹਾਰਾਜ ਸਾਹਿਬ ਜੀ ਨੇ ਇਹੋ ਜਿਹੇ ਖਿਤਾਬ ਦਿੱਤੇ ਆਪਣੀ ਕੌਮ ਨੂੰ, ਆਪਣੇ ਸਿੰਘਾਂ ਨੂੰ। ਫਿਰ ਭੁਜੰਗ, ਮਹਾਰਾਜ ਸਾਹਿਬ ਜੀ ਭੁਜੰਗੀ ਕਹਿੰਦੇ, ਪਿੱਛੇ ਵੀ ਜ਼ਿਕਰ ਆਇਆ ਇਤਿਹਾਸ ਵਿੱਚ। ਭੁਜੰਗ ਨਾਮ ਸੱਪ ਦਾ, ਤੇ ਸੱਪ ਪਤਾਲ ਦਾ ਰਾਜਾ ਮੰਨਿਆ। ਸੱਪ ਪਤਾਲ ਦਾ ਰਾਜਾ, ਸ਼ੇਰ ਜੰਗਲ ਦਾ ਰਾਜਾ, ਮਗਰਮੱਛ ਜਿਹੜਾ ਹੈ ਸਮੁੰਦਰ ਦਾ ਰਾਜਾ। ਸਿੰਘਾਂ ਨੂੰ ਤੇ ਰਾਜੇ ਹੀ ਬਣਾਇਆ ਮਹਾਰਾਜ ਨੇ। ਇਹ ਜਿੱਥੇ ਵੀ ਹੈਗੇ ਆ ਇਹ ਰਾਜੇ ਹੀ ਰਾਜੇ ਆ। ਕਲਗੀਧਰ ਪਾਤਸ਼ਾਹ ਜੀ ਦੇ ਪੁੱਤਰ ਕਿਹੋ ਜਿਹੇ ਚੁਣ ਚੁਣ ਕੇ ਨਾਮ ਦਿੱਤੇ। ਤੇ ਸ਼ੇਰ ਵੀ ਅਣਖ ਵਾਲਾ ਹੁੰਦਾ ਵਾ, ਮਗਰਮੱਛ ਵੀ ਅਣਖ ਵਾਲਾ ਹੁੰਦਾ, ਤੇ ਸੱਪ ਵੀ ਅਣਖ ਵਾਲਾ ਹੀ ਹੁੰਦਾ ਵਾ, ਡੰਗ ਮਾਰਦਾ ਕਿ ਨਹੀਂ। ਤੇ ਕੌਰ ਕਿਤਨਾ ਫਿਰ ਫਰਤੀਲਾ, ਉਹ ਸ਼ੇਰ ਦੀ ਉਬਾਸੀ ਵਿੱਚੋਂ ਹੀ ਉਹਨੇ ਚਿਰ ਚ ਜਾੜ ਦੇ ਵਿੱਚੋਂ ਮਾਸ ਕੱਢ ਕੇ ਕਹਿੰਦੇ ਲੈ ਜਾਂਦਾ। ਤੇ ਇਹੋ ਜਿਹੇ ਨਾਮ ਦਿੱਤੇ ਆ। ਇਹ ਜਿਹੜੇ ਮਹਾਰਾਜ ਸਾਹਿਬ ਜੀ ਨੇ ਸਾਨੂੰ ਇਹ ਬਖਸ਼ਿਸ਼ਾਂ ਕੀਤੀਆਂ, ਇਹਨਾਂ ਨੂੰ ਚੇਤੇ ਰੱਖਣਾ ਚਾਹੀਦਾ, ਇਹਨਾਂ ਨੂੰ ਹਿਰਦੇ ਵਸਾਉਣਾ ਚਾਹੀਦਾ ਵੀ ਕਿਹੜੇ ਕਿਹੜੇ ਨਾਮ ਮਹਾਰਾਜ ਸਾਹਿਬ ਨੇ ਦਿੱਤੇ ਆ। ਏਡੋ ਵੱਡੇ ਤੇ ਖਿਤਾਬ ਕੋਈ ਦੇ ਹੀ ਨਹੀਂ ਸਕਦਾ। ਆ ਹੋਰ ਤਰ੍ਹਾਂ ਦੇ ਨਾਮ ਅੱਗੇ ਪਿੱਛੇ ਕਈ ਵਾਰੀ ਲਾਏ ਹੁੰਦੇ ਆ, ਜਿਹੜੇ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਦੇ ਦਿੱਤੇ, ਏਦੋਂ ਵੱਡਾ ਕੋਈ ਜੰਮਿਆ ਨਹੀਂ ਦੁਨੀਆ 'ਚ ਕੋਈ ਖਿਤਾਬ ਦੇ ਦੇਵੇ। ਨਿਹੰਗ ਸਿੰਘ, ਨਿਹੰਗ ਮਗਰਮੱਛ ਦਾ ਨਾਮ ਹੈ। ਇੱਥੇ ਮਗਰਮੱਛ ਦੇ ਅਲੰਕਾਰ ਦੁਆਰਾ ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰ ਰਹੇ ਆ। ਕਹਿੰਦੇ ਵੀ ਤੁਰਕਾਂ ਰੂਪੀ ਫੌਜ ਦੇ ਵਿੱਚ ਮਗਰਮੱਛ ਰੂਪੀ ਇਹ ਭਾਈ ਮੋਹਕਮ ਸਿੰਘ ਜੀ ਜਾ ਰਹੇ ਆ। ਉਹ ਵੜ ਗਏ ਵਿੱਚ, ਤੇ ਜਿੱਧਰ ਪੈਂਦੇ ਉਧਰ ਪਾਸੇ ਹਰਚਲੀ ਮਚਾਈ ਜਾਂਦੇ ਆ, ਤੇ ਅੱਧਾ ਅੱਧਾ ਚੀਰ ਕੇ ਰੱਖ ਦਿੰਦੇ ਜਿਸ ਤੁਰਕ ਦੇ ਉੱਤੇ ਪੈਂਦੇ ਹਨ, ਜ਼ਾਲਮ ਦੇ ਉੱਤੇ। ਵੀਰ ਰਸ ਵਿੱਚ ਆਏ ਹੋਏ ਆ ਸਿੰਘ। ਭਾਈ ਮੋਹਕਮ ਸਿੰਘ ਜੀ ਦਾ ਚਿਹਰਾ ਬੜਾ ਹੀ ਵੀਰ ਰਸ ਦੇ ਸਹਿਤ ਭਿਆਨਕ ਹੋ ਰਿਹਾ ਹੈ। ਸਮੁਖ ਨਾ ਹੋਏ ਸਕੈ ਜਨ ਕਾਲਾ। ਜਾਣੋ ਕਹਿੰਦੇ ਤੁਰਕਾਂ ਦਾ ਕੋਈ ਵੀ ਸਿਪਾਹੀ ਸਾਹਮਣਾ ਨਹੀਂ ਕਰਦਾ, ਸਾਹਮਣੇ ਨਹੀਂ ਕੋਈ ਹੋ ਸਕਦਾ ਹੈ। ਸਾਰੇ ਜਾਣਦੇ ਆ ਵੀ ਕਾਲ ਹੀ ਆ ਗਿਆ, ਸਾਡੀ ਮੌਤ ਹੀ ਆ ਗਈ ਸਾਹਮਣੇ। ਸੇਲੇ ਭਾਲੇ ਸਾਂਗ ਵਰਹਾਰੈ। ਭਾਵੇਂ ਬਹੁਤੇ ਸੇਲੇ ਭਾਲੇ ਤੇ ਸਾਂਗ ਉਹਨਾਂ ਦੇ ਵਾਰ ਕਰਦੇ ਹਨ। ਤੋਮਰ ਦੀਰਘ ਰਿਸ ਧਰ ਮਾਰੈ। ਤੇ ਬੜਾ ਗੁੱਸਾ ਧਾਰਨ ਕਰਕੇ ਜ਼ਾਲਮ ਲੋਕ ਉਹ ਤੋਮਰ ਲੰਮੇ ਜੇ ਬਰਸ਼ੇ ਉਹਨਾਂ ਦੇ ਵਾਰ ਕਰਦੇ ਹਨ। ਮੰਦਤ ਸਬਨ ਬਚਾਵਨ ਘਾਲਤ। ਪਰ ਛਾਲਾਂ ਮਾਰ ਮਾਰ ਕੇ ਭਾਈ ਮੋਹਕਮ ਸਿੰਘ ਜੀ ਫਾਂਦਤ ਕੁੱਦ ਕੁੱਦ ਕੇ ਨਿਕਲ ਜਾਂਦੇ ਵਿੱਚੋਂ।
ਛਾਲਾਂ ਮਾਰ ਕੇ ਆਪਣੇ ਆਪ ਨੂੰ ਬਚਾਈ ਜਾਂਦੇ ਸਾਰਿਆਂ ਤੋਂ, ਸਾਂਗਾਂ ਤੋਂ, ਭਾਲਿਆਂ ਤੋਂ, ਸੇਲਿਆਂ ਤੋਂ, ਬਰਸ਼ਿਆਂ ਤੋਂ। ਭਾਵਤ ਕਾਟਤ ਖੜਗ ਚਲਾਵਤ। ਕਹਿੰਦੇ ਨਾਲੇ ਤੇ ਦੌੜੀ ਜਾਂਦੇ ਆ, ਕੁੱਦ ਕੁੱਦ ਕੇ ਛਾਲਾਂ ਮਾਰ ਕੇ ਵਿੱਚੋਂ ਇੱਧਰ ਸੱਜੇ ਖੱਬੇ ਨਿਕਲ ਜਾਂਦੇ ਆ, ਨਾਲੇ ਕਿਰਪਾਨ ਖੜਗ ਚਲਾਉਂਦੇ ਆ ਵੱਢ ਵੱਢ ਕੇ ਸੁੱਟੀ ਜਾਂਦੇ ਹਨ। ਜਿਤ ਦਿਸ ਜਾਤ ਸ਼ੀਘਰ ਤੇ ਦੌਰ। ਜਿਹੜੀ ਤਰਫ ਭਾਈ ਮੋਹਕਮ ਸਿੰਘ ਜੀ ਜਾਂਦੇ ਦੌੜ ਕੇ ਛੇਤੀ ਕਰਕੇ, ਇਤ ਇਤ ਉਤ ਹੋਏ ਤਿਆਗਤ ਠੌਰ। ਉਧਰੋਂ ਹੀ ਕਹਿੰਦੇ ਦੁਸ਼ਮਣ ਇੱਧਰ ਉੱਧਰ ਹੋ ਜਾਂਦਾ, ਜਗ੍ਹਾ ਖਾਲੀ ਕਰ ਦਿੰਦੇ। ਤਿਆਗਤ ਠੌਰ, ਠੌਰ ਜਗ੍ਹਾ ਤਿਆਗਤ ਛੱਡ ਕੇ ਪਿਛਾਂ ਹੋ ਜਾਂਦੇ ਸੱਜੇ ਖੱਬੇ। ਨਿਰਭੈ ਵੀਰ ਬਾਂਕੋ ਮੁਖ ਲਾਲੀ। ਕਹਿੰਦੇ ਆ ਡਰ ਤੋਂ ਰਹਿਤ ਸੂਰਮਾ ਭਾਈ ਮੋਹਕਮ ਸਿੰਘ ਪਿਆਰਾ, ਤੇ ਮੁਖ ਤੇ ਲਾਲੀ ਚੜੀ ਹੋਈ ਹੈ। ਸ਼ਮਸ਼ ਮੂਸ਼ ਦਵੈ ਬੰਕ ਵਿਸਾਲੀ। ਤੇ ਸ਼ਮਸ਼ ਲੰਮੀ ਦਾੜੀ ਹੈ ਭਾਈ ਮੋਹਕਮ ਸਿੰਘ ਜੀ, ਲੰਮਾ ਦਾੜਾ ਹੈ। ਤੇ ਦੋਵੇਂ ਮਸ਼ਹਿਰੇ ਜਿਹੜੇ ਉਹ ਬੰਕੇ ਹਨ, ਟੇਢੇ ਹਨ, ਬਹੁਤੇ ਹੀ। ਵਿਸਾਲੀ ਨਾਮ ਵੱਡਿਆਂ ਦਾ ਹੈ, ਮਸ਼ਹਿਰੇ ਵੀ ਵੱਡੇ ਆ ਤੇ ਦਾੜਾ ਵੀ ਵੱਡਾ ਹੈ ਭਾਈ ਸਾਹਿਬ ਜੀ ਦਾ। ਰੂਪ ਭਯੰਕਰ ਜਮ ਹੈ ਮਨ। ਤੈ ਨੇਤਰਾਂ ਵਿੱਚ ਲਾਲੀ, ਚਿਹਰਾ ਲਾਲ, ਮਸ਼ਹਿਰੇ ਕੁੰਡੇ, ਤਾਂ ਉਸ ਵੇਲੇ ਮੁਖ ਤੇ ਲਾਲੀ ਹੈ, ਲੰਮਾ ਦਾੜਾ ਹੈ, ਤੇ ਰੂਪ ਜਾਣੀ ਕਿ ਭਿਆਨਕ ਹੀ ਹੈ। ਤੁਰਕਾਂ ਵਾਸਤੇ ਕਹਿੰਦੇ ਮਾਨੋ ਕਿ ਜਾਮੀ ਹੈ। ਉਹ ਸਮਝਦੇ ਵੀ ਇਹ ਭਾਈ ਮੋਹਕਮ ਸਿੰਘ ਕੀ, ਇਹ ਤਾਂ ਸਾਨੂੰ ਮਾਰਨ ਵਾਸਤੇ ਜਮਦੂਤ ਹੀ ਆ ਗਿਆ ਹੈ। ਕਰਾ ਚੌਲ ਕੋ ਦੰਡ ਪਛਾਨੋ। ਜਿਹੜਾ ਭਾਈ ਸਾਹਿਬ ਦੇ ਹੱਥ ਦੇ ਵਿੱਚ ਤੇਗਾ ਹੈ ਨਾ, ਉਹਨੂੰ ਵੇਖ ਕੇ ਤਾਂ ਉਹ ਜਮ ਡੰਡਾ ਹੀ ਪਛਾਣਦੇ ਵੀ ਇਹ ਜਾਮੀ ਆ ਗਿਆ ਡੰਡਾ ਲੈ ਕੇ। ਰਿਪ ਕੰਨ ਮਾਰਤ ਘਾਇ ਲਹੂਆ। ਸਮੂਹ ਦੁਸ਼ਮਣਾਂ ਨੂੰ ਮਾਰਦਾ 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 ਪਿਆਰਾ ਮੋਹਕਮ ਸਿੰਘ ਜ਼ਖਮੀ ਹੋ ਗਿਆ ਹੈ। ਤੇ ਫਿਰ ਕਹਿੰਦੇ ਵੀ ਖੂਨ ਬੜਾ ਵਗਿਆ ਹੈ, ਪਰ ਫਿਰ ਵੀ ਪ੍ਰਸੰਨ ਹੈ। ਭੀਗੇ ਚੀਰ ਸਰੀਰ ਸਰੀਰ। ਇੰਨੇ ਜ਼ਖਮ ਹੋ ਗਏ ਸਰੀਰ ਉੱਤੇ ਭਾਈ ਸਾਹਿਬ ਜੀ ਦੇ ਕਿ ਸਾਰੇ ਸਰੀਰ ਦੇ ਬਸਤਰ ਜਿਹੜੇ ਉਹ ਖੂਨ ਨਾਲ ਭਿੱਜ ਗਏ, ਲਹੂ ਨਾਲ ਭਿੱਜ ਗਿਆ ਭਾਈ ਸਾਹਿਬ, ਭਾਈ ਮੋਹਕਮ ਸਿੰਘ। ਪਰ ਫਿਰ ਵੀ ਧੀਰਜ ਨਹੀਂ ਛੱਡਿਆ, ਧੀਰਜ ਦੇ ਸਹਿਤ ਲੜ ਰਿਹਾ ਹੈ। ਵਿਚਰਤ ਰਿਪ ਗਨ ਮਹਿ ਬਰ ਵੀਰ। ਵੱਡਾ ਬਹਾਦਰ ਸੂਰਮਾ ਸੂਰਬੀਰ ਸਮੂਹ ਦੁਸ਼ਮਣ ਦੀ ਫੌਜ ਵਿੱਚ ਵਿਚਰ ਰਿਹਾ ਹੈ। ਲਸ਼ਕਰ ਮੱਥਿਓ ਸਿੰਧ ਸਮਝਵੈ। ਜਾਣੋ ਕਿ ਸਮੁੰਦਰ ਦੇ ਬਰਾਬਰ ਸੀ ਇਹ ਲਸ਼ਕਰ, ਇਹ ਸਾਰਾ ਦਲ ਫੌਜ, ਇਹਨੂੰ ਰਿੜਕ ਕੇ ਰੱਖ ਦਿੱਤਾ ਕਹਿੰਦੇ ਸਾਰੇ ਨੂੰ। ਹਲਚਲੀ ਮਚਾ ਦਿੱਤੀ, ਭਾਜੜਾਂ ਪਾ ਦਿੱਤੀਆਂ, ਸਾਰੇ ਦੇ ਵਿੱਚ ਦੀ ਲੰਘਿਆ ਭੱਜ ਭੱਜ ਕੇ, ਪਤਾ ਨਹੀਂ ਕਿੰਨੇ ਕੁ ਵੱਢ ਵੱਢ ਕੇ ਰੱਖ ਦਿੱਤੇ। ਉਹ ਬਚਨ ਪੂਰਾ ਕਰ ਦਿੱਤਾ, 1.25 ਲੱਖ ਸੇਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਕਹਿੰਦੇ ਆ ਰਿੜਕ ਕੇ ਹੀ ਰੱਖ ਦਿੱਤਾ ਸਾਰਾ ਸਮੁੰਦਰ ਜਾਣੋ ਫੌਜ। ਖਵਾਜਾ ਮਰਦ ਪੁਕਾਰਿਓ ਤਬੈ। ਤੇ ਖਵਾਜਾ ਮਰਦੂਦ ਉਸ ਵੇਲੇ ਬੋਲਿਆ ਉੱਚੀ ਪੁਕਾਰ ਕੇ, ਕਹਾਂ ਭਇਓ ਤੁਮ ਕੋ ਬਲਹਾਰਿਓ। ਆਪਣੇ ਜਰਨੈਲਾਂ ਨੂੰ, ਜਥੇਦਾਰਾਂ ਨੂੰ ਕਹਿੰਦਾ ਉਹ ਤੁਹਾਨੂੰ ਕੀ ਹੋ ਗਿਆ, ਤੁਸੀਂ ਆਪਣੀ ਤਾਕਤ ਕਿਉਂ ਹਾਰ ਬੈਠੇ ਹੋ। ਏਕ ਸਿੰਘ ਲਾਖਨ ਮਹਿ ਮਾਰਿਓ। ਕਹਿੰਦੇ ਵੀ ਇੱਕੋ ਹੀ ਸਿੰਘ ਗੁਰੂ ਗੋਬਿੰਦ ਸਿੰਘ ਦਾ ਲੱਖਾਂ ਨੂੰ ਮਾਰ ਗਿਆ ਆਪਾਂ ਨੂੰ, ਇੱਕੋ ਹੀ ਵੇਦੀ ਭੱਜਾ ਫਿਰਦਾ ਮਾਰੀ ਜਾਂਦਾ, ਤੁਹਾਨੂੰ ਹੋ ਕੀ ਗਿਆ ਤੁਹਾਡੀ ਤਾਕਤ ਨੂੰ। ਤਾੜ ਭਾੜ ਸ਼ਲਖ ਤੁਮੰਗਲ ਗੇਰੀ। ਇਸ ਕਰਕੇ ਇੱਕੇ ਵਾਰ ਗੋਲੀਆਂ ਚਲਾਓ, ਸ਼ਲਖ ਕਰੋ ਬੰਦੂਕਾਂ ਦੀ। ਛੁੱਟੀ ਹਜ਼ਾਰਾਂ ਫਿਰ ਇੱਕ ਬੇਰੀ। ਫਿਰ ਕਹਿੰਦੇ ਖਵਾਜੇ ਮਰਦੂਦ ਦੇ ਕਹਿਣ ਕਰਕੇ ਉਹਨਾਂ ਨੇ ਭਰ ਕਰਕੇ ਬੰਦੂਕਾਂ, ਤੇ ਉਸ ਵੇਲੇ ਬਰੂਦ ਦੇ ਨਾਲ ਤੇ ਹਜ਼ਾਰਾਂ ਹੀ ਇੱਕੇ ਵਾਰੀ ਚਲਾ ਦਿੱਤੀਆਂ। 20-25 ਲੱਗੀ ਤਬ ਆਏ। ਗਿਣੀਆਂ ਥੋੜਾ ਗਈਆਂ ਫਿਰ ਕਿਤੇ ਉੱਥੇ। ਕਵੀ ਜੀ ਕਹਿੰਦੇ ਹੁਣ 20 ਕਿ 25 ਕਿੰਨੀਆਂ ਇੱਕੇ ਵਾਰੀ ਆ ਕਰਕੇ ਲੱਗ ਗਈਆਂ। ਤੋਰਿਓ ਗੋਰਿਓ ਤਨ ਸਭ ਥਾਏ। ਪਿਆਰੇ ਮੋਹਕਮ ਸਿੰਘ ਜੀ ਦਾ ਸਰੀਰ ਸਭ ਥਾਵਾਂ ਤੋਂ ਉਹਨਾਂ ਗੋਲੀਆਂ ਨੇ, ਕਿ 20 ਲੱਗੀਆਂ ਕਿ 25 ਲੱਗੀਆਂ, ਉਹਨਾਂ ਨੇ ਸਭ ਥਾਵਾਂ ਤੋਂ ਸਰੀਰ ਤੋੜ ਫੋੜ ਦਿੱਤਾ। ਮਰਿਓ ਮਰਿਓ ਸੰਮੁਖ ਹੀ ਗਿਰਿਓ। ਤੇ ਖਲੋਤਾ ਖਲੋਤਾ ਸਿੰਘ ਸ਼ਹੀਦੀ ਪਾ ਗਿਆ, ਪਰ ਅਗਲੇ ਪਾਸੇ ਨੂੰ ਡਿੱਗਾ। ਅਗਲੇ ਪਾਸੇ ਨੂੰ ਜਾਂਦਾ ਜਾਂਦਾ ਹੀ ਗੋਲੀਆਂ ਵੱਜੀਆਂ, ਤੇ ਫਿਰ ਵੀ ਲੜਦਾ ਲੜਦਾ ਸ਼ਹੀਦ ਹੋਇਆ ਹੈ। ਤਨਕ ਨ ਮੁੜਿਓ ਵੀਰ ਰਸ ਭਰਿਓ। ਤਨਕ ਮਾਤਰ ਵੀ ਥੋੜਾ ਜਿੰਨਾ ਵੀ ਨਹੀਂ ਮੁੜਿਆ, ਵੀਰ ਰਸ ਨਾਲ ਭਰਿਆ ਹੋਇਆ ਪਿਆਰਾ ਮੋਹਕਮ ਸਿੰਘ ਸ਼ਹੀਦ ਹੋ ਗਿਆ। ਜੁਧ ਬਿਲੋਕ ਪ੍ਰਸੰਨ ਵਸਾਈ।
ਜੁੱਧ ਵੇਖ ਕਰਕੇ ਪਿਆਰੇ ਮੋਹਕਮ ਸਿੰਘ ਜੀ ਦਾ ਮਾਲਕ ਗੁਰੂ ਗੋਬਿੰਦ ਸਿੰਘ ਜੀ ਪ੍ਰਸੰਨ ਹੋਏ ਨਿਜ ਸਿੱਖ ਕੀ ਕਹਿ ਅਦਕ ਵਡਾਈ। ਤੇ ਆਪਣੇ ਸਿੱਖ ਦੀ ਕਲਗੀਧਰ ਪਾਤਸ਼ਾਹ ਨੇ ਵੱਡੀ ਵਡਿਆਈ ਕਹੀ ਹੈ। ਬਚਿਓ ਤੁਮਲ ਸੰਗਰਾਮ ਵਡੇਰਾ। ਤਾਂ ਵੱਡਾ ਸੰਗਰਾਮ ਇਹ ਯੁੱਧ ਮਚਿਆ ਹੋਇਆ ਦੋਹਾਂ ਪਾਸੇ। ਬਰਸਤ ਲੋਹਾ ਬਹੁਤ ਸੁਬੇਰਾ। ਤੇ ਲੋਹਾ ਬਹੁਤਾ ਵਰਸ ਰਿਹਾ ਹੈ, ਭਾਵ ਲੋਹੇ ਦੀ ਉੱਥੇ ਝੜੀ ਲੱਗੀ ਹੋਈ ਹੈ। ਕਿਰਪਾਨਾਂ ਤੇ ਤੀਰ ਆਦਿਕ ਚੱਲ ਰਹੇ ਹਨ। ਮੋਹਕਮ ਸਿੰਘ ਸੁਰਗ ਪਿਆਨਾ। ਇਸ ਤਰ੍ਹਾਂ ਪਿਆਰੇ ਮੋਹਕਮ ਸਿੰਘ ਜੀ ਨੇ ਸੱਚਖੰਡ ਪਿਆਨਾ ਕੀਤਾ ਹੈ। ਹਿੰਮਤ ਸਿੰਘ ਸਾਹਿਬ ਸਿੰਘ ਜਵਾਨਾ। ਤੇ ਫਿਰ ਪਿਆਰੇ ਹਿੰਮਤ ਸਿੰਘ ਪਿਆਰੇ ਸਾਹਿਬ ਸਿੰਘ ਜਵਾਨ। ਕਿ ਜੋਰ ਮਲੇਸ਼ਨ ਕੀਨਾ। ਜਾਣਿਆ ਕਿ ਮਲੇਸ਼ਾ ਨੇ ਜ਼ੋਰ ਕੀਤਾ ਹੋਇਆ ਹੈ। ਜੰਗ ਕਰਨ ਲਈ ਹੁਕਮ ਪਰ ਦੀਨਾ। ਫਿਰ ਇਹਨਾਂ ਦੋਹਾਂ ਪਿਆਰਿਆਂ ਨੇ ਕਲਗੀਧਰ ਪਾਤਸ਼ਾਹ ਜੀ ਤੋਂ ਜੰਗ ਕਰਨ ਦਾ ਹੁਕਮ ਲਿਆ ਹੈ। ਔਰ ਅਗਾੜੀ ਰਿਪਕਨ ਆਏ। ਕਿ ਦਰਵਾਜ਼ੇ ਦੇ ਅੱਗੇ ਬਹੁਤੇ ਦੁਸ਼ਮਣ ਆ ਗਏ। ਜਿਨਕੇ ਸਨਮੁਖ ਤੂਰਨ ਧਾਏ। ਗੁਰੂ ਕਿਉਂ ਆਗਿਆ ਸਤਿਗੁਰੂ ਜੀ ਤੋਂ ਆਗਿਆ ਲੈ ਕਰਕੇ ਦੁਸ਼ਮਣਾਂ ਦੇ ਸਾਹਮਣੇ ਧਾਵਾ ਕਰਕੇ ਗਏ। ਮਨੋ ਕੁਲਿੰਗਨ ਗਨ ਅਵਲੋਏ। ਜਾਣੋ ਕਿ ਜਿਵੇਂ ਬਹੁਤੇ ਚਿੜੇ ਹਨ ਉਹਨਾਂ ਨੂੰ ਵੇਖਿਆ ਹੈ। ਸ਼ਿਕਰੇ ਗਏ ਤਿਨੋਂ ਪਰ ਦੋਏ। ਜਾਣੋ ਕਿ ਦੋਵੇਂ ਸਿੰਘ ਸ਼ਿਕਰਿਆਂ ਦੀ ਤਰ੍ਹਾਂ ਗਏ। ਇਹ ਬਾਜ ਦੀਆਂ ਹੀ ਕਿਸਮਾਂ ਹਨ ਸਾਧ ਸੰਗਤ ਜੀ। ਕਿਸੇ ਨੂੰ ਜੁਰਰਾ ਕਿਹਾ ਜਾਂਦਾ, ਕਿਸੇ ਨੂੰ ਸ਼ਿਕਰਾ ਕਿਹਾ ਜਾਂਦਾ। ਥੋੜਾ ਥੋੜਾ ਫਰਕ ਇਹਨਾਂ ਦੇ ਵਿੱਚ। ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਇਹਨਾਂ ਦੇ ਨਾਮ ਵੀ ਦਿੱਤੇ, ਇਹਨਾਂ ਦੀਆਂ ਤਸਵੀਰਾਂ ਵੀ ਦਿੱਤੀਆਂ ਵੀ ਬਾਜ ਕਿਹੜੀ, ਉਹਦਾ ਰੂਪ ਕੀ ਹੈ, ਜੁਰਰੇ ਦਾ ਰੂਪ ਕਿਹੜਾ ਹੈ, ਸ਼ਿਕਰੇ ਦਾ ਰੂਪ ਕਿਹੜਾ ਹੈ। ਇਹ ਸ਼ਿਕਾਰੀ ਪੰਛੀ ਆ ਸਾਰੇ, ਜਿਹੜੇ ਪੰਛੀਆਂ ਦਾ ਸ਼ਿਕਾਰ ਕਰਨ ਵਾਲੇ। ਤਾਂ ਕਵੀ ਜੀ ਨੇ ਇੱਥੇ ਦੋਨਾਂ ਪਿਆਰਿਆਂ ਨੂੰ ਆਖਿਆ ਹੈ ਵੀ ਇਹ ਸ਼ਿਕਰਿਆਂ ਦੀ ਤਰ੍ਹਾਂ ਗਏ ਦੋਵੇਂ, ਵੀ ਸ਼ਿਕਾਰੀ ਪੰਛੀਆਂ ਦੀ ਤਰ੍ਹਾਂ, ਜਿਹੜੇ ਬਾਜ ਦੀ ਕਿਸਮ ਵਿੱਚੋਂ ਇੱਕ ਸ਼ਿਕਰਾ ਹੁੰਦਾ ਹੈ, ਉਹਦੇ ਤਰ੍ਹਾਂ ਗਏ। ਤੇ ਜਿੰਨੇ ਤੁਰਕਾਂ ਦੀ ਫੌਜ ਆ ਉਹ ਜਾਣੋ ਚਿੜਿਆਂ ਦੀ ਤਰ੍ਹਾਂ ਹੈ। ਜਿਵੇਂ ਚਿੜੀਆਂ ਦੇ ਉੱਤੇ ਸ਼ਿਕਰੇ ਜਾ ਕੇ ਪੈਂਦੇ ਨਾ, ਭੁੱਖੇ ਸ਼ਿਕਰੇ, ਜਿਵੇਂ ਭੁੱਖਾ ਬਾਜ ਪੈਂਦਾ ਟੁੱਟ ਕਰਕੇ ਪੰਛੀਆਂ ਦੇ ਉੱਤੇ ਉਹਨਾਂ ਦਾ ਸ਼ਿਕਾਰ ਕਰਨ ਵਾਸਤੇ, ਇਸ ਤਰ੍ਹਾਂ ਪਿਆਰੇ ਹਿੰਮਤ ਸਿੰਘ ਤੇ ਪਿਆਰੇ ਸਾਹਿਬ ਸਿੰਘ ਜਵਾਨ ਗਏ। ਸਿਪਰ ਖੜਗ ਦੋਨੋਂ ਹੱਥ ਧਾਰੇ। ਦੋਨਾਂ ਨੇ ਕਹਿੰਦੇ ਵੀ ਦੋਵਾਂ ਨੇ ਆਪਣੇ ਹੱਥਾਂ ਦੇ ਵਿੱਚ ਕਿਰਪਾਨਾਂ ਤੇ ਢਾਲਾਂ ਧਾਰਨ ਕੀਤੀਆਂ। ਜਨਮ ਤੰਗ ਖੂਨੀ ਦੰਤਾਰੇ। ਜਾਣੋ ਕਿ ਦੋਵੇਂ ਇਹ ਮਤੰਗ ਖੂਨੀ, ਕਹਿੰਦੇ ਵੀ ਦੰਦਾਂ ਵਾਲੇ, ਜਿਹੜੇ ਵੱਡੇ ਦੰਦਾਂ ਵਾਲੇ ਹਾਥੀ ਜਾ ਰਹੇ ਹੋਣ। ਖੇਲ ਤਕੇਲ ਤਸੀਲੇ ਮੇਲੇ। ਕਹਿੰਦੇ ਵੀ ਜਿੰਨਾ ਹੱਲਾ ਅੱਗੇ ਆ ਰਿਹਾ ਸੀ ਨਾ ਤੁਰਕਾਂ ਦਾ, ਉਹਨੂੰ ਧੱਕ ਕੇ ਪਿਛਾਂਹ ਮੇਲ ਦਿੱਤਾ, ਪਿੱਛੇ ਕਰ ਦਿੱਤਾ। ਜਨ ਖੇਲਤ ਹੈ ਫਾਗ ਸੁਹੇਲੇ। ਜਾਣੋ ਵੀ ਇਹ ਹੋਲੀ ਖੇਲਣ ਵਾਸਤੇ ਜਾ ਰਹੇ ਹਨ। ਦਲ ਮਲੇਸ਼ ਕੋ ਬਿਸਮਿਓ ਮਨ ਮੈਂ। ਮਲੇਸ਼ੀਆਂ ਦਾ ਦਲ ਮਨ ਦੇ ਵਿੱਚ ਹੈਰਾਨ ਹੋ ਗਿਆ। ਯਾ ਖੁਦਾਏ ਕਿਆ ਪਰਖ ਇਨ ਮੈਂ। ਉਹ ਕਹਿੰਦੇ ਯਾ ਖੁਦਾ, ਯਾ ਅੱਲਾ, ਕਿੱਡਾ ਵੱਡਾ ਬਾਲ ਇਹਨਾਂ ਦੇ ਵਿੱਚ, ਸਿੰਘਾਂ ਦੇ ਵਿੱਚ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਉਹ ਯਾ ਅੱਲਾ ਕਹਿੰਦੇ, ਯਾ ਖੁਦਾ, ਵੀ ਹੇ ਖੁਦਾ, ਏਡੀ ਵੱਡੀ ਤਾਕਤ ਇਹਨਾਂ 'ਚ ਤੂੰ ਪਾਈ ਹੈ। ਇਹ ਇੰਨੀ ਫੌਜ ਨੂੰ ਵੇਖ ਕੇ ਡਰਦੇ ਨਹੀਂ। ਇਹ ਕਦੀ ਇਕੱਲਾ ਆ ਜਾਂਦਾ, ਕਦੀ ਦੋ ਜਾਣੇ ਆ ਜਾਂਦੇ ਆ। ਅਗਲੇ ਪਾਸੇ 20 ਲੱਖ ਆ ਤੇ ਇੱਧਰੋਂ 2 ਜਾਂ ਇਕੱਲਾ ਹੀ ਜਾਂਦਾ ਵਾ। ਵੀ ਪਤਾ ਤਾਂ ਹੈ ਹੀ ਆ ਵੀ ਸਾਹਮਣੇ ਹੁਣ ਸ਼ਹੀਦੀ ਪਾਉਣੀ ਆ, ਪਰ ਸ਼ਹੀਦੀ ਇੰਜ ਨਹੀਂ ਪਾਉਣੀ, ਕਈਆਂ ਨੂੰ ਮਾਰ ਕੇ ਫਿਰ ਸ਼ਹੀਦ ਹੁੰਦੇ ਆ। ਤੋ ਕਿਵੇਂ ਮਹਾਰਾਜ ਸਾਹਿਬ ਜੀ ਨੇ ਵੀਰ ਰਸ ਭਰਿਆ ਹੋਇਆ, ਜਿਨ੍ਹਾਂ ਦੇ ਉੱਤੇ ਮਹਾਰਾਜ ਨੇ ਰਹਿਮਤਾਂ ਕੀਤੀਆਂ, ਜਿਨ੍ਹਾਂ ਦੇ ਰੋਮ ਰੋਮ 'ਚ ਬਾਣੀ ਵਸੀ ਸੀ, ਗੁਰੂ ਸਾਹਿਬ ਜੀ ਦਾ ਉਪਦੇਸ਼ ਵਸਿਆ ਸੀ, ਜਿਹੜੇ ਰੰਗੇ ਹੋਏ ਸਨ। ਤੋ ਐਸੇ ਉਹ ਕਹਿੰਦੇ ਯਾ ਖੁਦਾ ਕਿਆ ਪੌਰਖ ਇਨ ਮੈਂ। ਪੌਰਖ ਕਹਿੰਦੇ ਬਾਲ, ਤਾਕਤ, ਕੀ ਕਿੱਡਾ ਵੱਡਾ ਬਾਲ ਇਹਨਾਂ ਦੇ ਵਿੱਚ ਹੈ। ਲਛਨ ਮਹਿ ਪਰਵੇਸ਼ ਇਕ ਲੜੈ। ਲੱਖਾਂ ਦੇ ਵਿੱਚ ਇੱਕੋ ਹੀ ਆ ਕੇ ਵੜ ਜਾਂਦਾ ਹੈ ਤੇ ਲੜਨ ਲੱਗ ਪੈਂਦਾ। ਲੱਖਾਂ ਦੇ ਵਿੱਚ ਇਹ ਤਾਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੈ।
ਇਹ ਤਾਕਤ ਬਾਣੀ ਦੀ ਹੈ, ਬਾਣੇ ਦੀ ਹੈ, ਰਹਿਤ ਮਰਿਆਦਾ ਦੀ ਹੈ। ਜਦੋਂ ਸਿੰਘ ਤਿਆਰ ਬਰ ਤਿਆਰ ਰਹਿੰਦਾ, ਗੁਰੂ ਕੀ ਦੱਸੀ ਰਹਿਤ ਵਿੱਚ ਰਹਿੰਦਾ, ਤੇ ਮਹਾਰਾਜ ਨੇ ਵੀ ਆਖਿਆ ਨਾ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਤੇ ਜਦੋਂ ਇਹਨੂੰ ਬਾਣੀ ਵੀ ਭੁੱਲ ਜਾਵੇ, ਬਾਣਾ ਵੀ ਭੁੱਲ ਜਾਵੇ, ਰਹਿਤ ਵੀ ਭੁੱਲ ਜਾਵੇ, ਤੇ ਫਿਰ ਤੇ ਚੜ੍ਹ ਤੇ ਚੜਾਵਾ ਖਾਣ ਜੋਗਾ ਹੀ ਰਹਿ ਜਾਂਦਾ ਹੈ। ਫਿਰ ਇਹਨੇ ਲੜਨਾ ਲੁੜਨਾ ਕੀ ਹੈ? ਤੋ ਇਸ ਕਰਕੇ ਜਿੰਨਾ ਚਿਰ ਇਹ ਤਿਆਰ ਬਰ ਤਿਆਰ ਰਹਿੰਦਾ, ਗੁਰੂ ਕੀ ਆਗਿਆ 'ਚ ਰਹਿੰਦਾ, ਮਹਾਰਾਜ ਨੇ ਆਖਿਆ ਨਾ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਫਿਰ ਸਾਰੀ ਤਾਕਤ ਦੇ ਦੂੰ, ਮਹਾਰਾਜ ਕਹਿੰਦੇ, ਜੇ ਨਿਆਰਾ ਰਹੇਗਾ। ਵੀ ਜੇ ਬਾਕੀਆਂ ਦੇ ਵਿੱਚ ਹੀ ਰਲ ਰੁਲ ਗਿਆ, ਉਸ ਤਰ੍ਹਾਂ ਦਾ ਹੀ ਹੋ ਗਿਆ ਨਾ ਇਹ, ਫਿਰ ਨਹੀਂ ਤੇਜ ਦੇਣਾ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇੰਨਾ ਪਿਆਰ ਦਿੱਤਾ ਬਾਜਾਂ ਵਾਲੇ ਸਤਿਗੁਰਾਂ ਨੇ, ਕਹਿੰਦੇ ਜੇ ਰਹਿਤ 'ਚ ਰਵੇਗਾ ਫਿਰ ਤੇ ਇਹ ਮੇਰਾ ਮਾਲਕ ਆ, ਸਿੰਘ ਨਹੀਂ, ਇਹ ਮੇਰਾ ਪੁੱਤਰ ਨਹੀਂ। ਮਹਾਰਾਜ ਕਹਿੰਦੇ ਫਿਰ ਤੇ ਮਾਲਕ ਦਾ ਪ੍ਰੇਮ ਦੇਣਾ ਮੈਂ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਇੰਨਾ ਪਿਆਰ ਮਹਾਰਾਜ ਸਾਹਿਬ ਜੀ ਨੇ ਦਿੱਤਾ। ਤੇ ਉਹ ਕਹਿੰਦੇ ਵੀ ਹੇ ਖੁਦਾ, ਕਿੱਡੀ ਵੱਡੀ ਤਾਕਤ ਇਹਨਾਂ ਦੇ ਵਿੱਚ, ਲੱਖਾਂ ਵਿੱਚ ਇੱਕੋ ਹੀ ਆ ਕੇ ਪ੍ਰਵੇਸ਼ ਕਰ ਜਾਂਦਾ ਹੈ, ਇੱਕੋ ਹੀ ਵੜ ਜਾਂਦਾ ਹੈ, ਲੜਨ ਲੱਗ ਪੈਂਦਾ ਹੈ। ਮਰਨ ਤਰਾਸ ਕੋ ਕਿਉ ਨਾ ਧਰੈ, ਇਹ ਮਰਨ ਦੇ ਡਰ ਕਿਉਂ ਨਹੀਂ ਧਾਰਨ ਕਰਦੇ? ਇਹਨਾਂ ਨੂੰ ਮੌਤ ਤੋਂ ਡਰ ਕਿਉਂ ਨਹੀਂ ਲੱਗਦਾ? ਮਰਨ ਦਾ ਡਰ ਮਹਾਰਾਜ ਨੇ ਦੂਰ ਕਰਕੇ ਪਹਿਲੋਂ ਮਾਰ ਕੇ ਫੇਰ ਹੀ ਜ਼ਿੰਦਗੀ ਦਿੱਤੀ। ਇਹ ਜਿਹੜੇ ਲੜ ਰਹੇ, ਇਹਨਾਂ ਨੂੰ ਪਹਿਲੋਂ ਮਾਰ ਕੇ ਫਿਰ ਜੀਵਨ ਦਿੱਤਾ। ਪਹਿਲਾਂ ਮਰਨ ਕਬੂਲ, जीवन की छड़ आस, हो सबना की रेणुका, तो आओ हमारे पास। जाओ तो प्रेम खेलन का चाओ, सिर धर तली गली मेरी आओ। इत मार्ग पैर तरीजै, सिर दीजै कान ना कीजै। होइयां भुल्लां चुक्कां दी सतगुरु जी, गुर संगत जी खिमा देनी। देहो सज्जने असीसड़ियां, ज्यों होवै साहिब स्यों मेल। वाहिगुरु 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 सूरा सो पहचानी है, सूरा सो पहचानी है, सूरा सो पहचानी है, सूरा सो पहचानी है। जो लड़ै दीन के हेत, जो लड़ै दीन के हेत, जो दीन के हेत, जो पुरजा पुरजा कट मरै, पुरजा पुरजा कट मरै, पुरजा पुरजा कट मरै, पुरजा पुरजा कबहू ना छाड़ै खेत, कबहू ना छाड़ै खेत, कबहू ना छाड़ै खेत, कबहू ना। हे गोविंद हे गोपाल, हे दयाल लाल प्राणनाथ, दीन दर्द निवार, हे समरथ अगम पूरन, मोहे मया धार, अंधकूप महापयान, नानक आए
ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।